ਹਾਟ ਪੰਜਾਬੀ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ। ਜੀ ਆਇਆਂ ਨੂੰ ਆ। ਅੱਜ ਪੰਥ ਦੇ ਵਿੱਚ ਇੱਕ ਬੇਲੋੜਾ ਵਿਵਾਦ ਜਿਹੜਾ ਸਮੇਂ-ਸਮੇਂ ਦੇ ਉੱਤੇ ਅਖੌਤੀ ਆਪਦੇ ਆਪ ਨੂੰ ਅਖੌਤੀ ਵਿਦਵਾਨ ਤੇ ਅਪਗ੍ਰੇਡ ਘੁਮਾਉਣ ਵਾਲਿਆਂ ਵੱਲੋਂ ਪਹਿਲਾਂ ਤੋਂ ਵੀ ਉੱਠਦਾ ਆਇਆ। ਸਾਡੇ ਦਰਬਾਰ ਸਾਹਿਬ ਦੀ ਜੋ ਪੁਰਾਤਨ ਮਾਨ ਮਰਜ਼ਾਦਾ ਚੱਲੀ ਆਉਂਦੀ ਆ, ਜਿਸ ਦੇ ਅਨੁਸਾਰ ਸਾਡੀਆਂ ਰਹੁ ਰੀਤਾਂ ਚੱਲੀਆਂ ਆਉਂਦੀਆਂ ਨੇ, ਸਮੇਂ-ਸਮੇਂ ਦੇ ਉੱਤੇ ਆਪਦੇ ਆਪ ਨੂੰ ਕੁਝ ਵਿਦਵਾਨ ਅਖਵਾਉਣ ਵਾਲੇ ਵੀ ਅੰਦਰੋਂ ਵੀ ਤੇ ਬਾਹਰੋਂ ਵੀ ਉਹਨਾਂ ਨੇ ਸਵਾਲ ਉਠਾਉਂਦੇ ਰਹੇ ਆ। ਹੁਣ ਪੰਥ ਦੇ ਵਿੱਚ ਜਿਹੜਾ ਪਹਿਲਾਂ ਤੋਂ ਇੱਕ ਅਖੌਤੀ ਵਿਦਵਾਨ ਹੋਏ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ, ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਉਂਗਲਾਂ ਵੀ ਚੱਕੀਆਂ। ਦਰਬਾਰ ਸਾਹਿਬ ਨੂੰ ਇੱਕ ਇਮਾਰਤ ਤੱਕ ਕਹਿਣ ਤੱਕ ਉਹਨਾਂ ਨੇ ਗੁਰੇਜ਼ ਨਹੀਂ ਕੀਤਾ। ਅੰਮ੍ਰਿਤ ਸਰੋਵਰ ਤੱਕ ਉਹਨਾਂ ਨੇ ਇੱਕ ਸਿੰਪਲ ਪਾਣੀ ਤੱਕ ਦੇ ਸ਼ਬਦ ਵਰਤੇ। ਔਰ ਬਾਅਦ ਦੇ ਵਿੱਚ ਇਹੋ ਜਿਹੇ ਜਿਹੜੇ ਵਿਦਵਾਨ ਨੇ ਉਹ ਆਪਦੇ ਕਹੇ ਹੋਏ ਲਫ਼ਜ਼ਾਂ ਤੋਂ ਮੁੱਕਰਦੇ ਵੀ ਦੇਖੇ ਗਏ। ਹੁਣ ਪੰਥ ਦੀਆਂ ਸਫਾਂ ਦੇ ਵਿੱਚ ਆਪਦੇ ਆਪ ਨੂੰ ਪੰਜਾਬੀ ਮਾਂ ਬੋਲੀ ਦਾ ਅਲੰਬਰਦਾਰ ਅਖਵਾਉਣ ਵਾਲੇ ਲੱਖਾ ਸਿਧਾਣਾ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਜੋ ਉੱਥੇ ਰੁਮਾਲਾ ਸਾਹਿਬ ਭੇਟ ਕੀਤੇ ਜਾਂਦੇ ਆ, ਔਰ ਪਾਵਨ ਦਰਬਾਰ ਸਾਹਿਬ ਦੇ ਵਿੱਚ ਜੋ ਉੱਥੇ ਸਾਡੀ ਪੁਰਾਤਨ ਮਰਜ਼ਾਦਾ ਦੇ ਅਨੁਸਾਰ ਉੱਥੇ ਇਸ਼ਨਾਨ ਕਰਵਾਏ ਜਾਂਦੇ ਆ ਕਿ ਉੱਥੇ ਦੁੱਧ ਕਿਉਂ ਵਰਤਿਆ ਜਾਂਦਾ, ਉੱਥੇ ਇਹ ਚੀਜ਼ ਕਿਉਂ ਵਰਤੀ ਜਾਂਦੀ ਆ, ਉੱਥੇ ਰੁਮਾਲਾ ਸਾਹਿਬ ਇੱਕ ਵੀ ਭੇਟ ਕੀਤਾ ਜਾ ਸਕਦਾ, ਐਰਾ ਵਗੈਰਾ। ਅਸਲ ਦੇ ਵਿੱਚ ਸਾਧ ਸੰਗਤ ਜੀ, ਜੇ ਗੱਲ ਨੂੰ ਅਸੀਂ ਸਮਝ ਗਏ ਤਾਂ ਸਾਨੂੰ ਇਹ ਸਮਝਣਾ ਪਊਗਾ ਕਿ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਜੋ ਸਾਡੇ ਤੇ ਹਮੇਸ਼ਾ ਹਮਲੇ ਹੋਏ ਆ, ਤਾਂ ਗੁਰਦੁਆਰਾ ਸਾਹਿਬਾਨ ਤਾਂ ਪੰਜਾਬ ਦੇ ਵਿੱਚ ਇਤਿਹਾਸਿਕ ਔਰ ਜਿਹੜੇ ਪਿੰਡਾਂ ਦੇ ਵਿੱਚ ਵੀ ਬਹੁਤ ਹੋਏ ਨੇ, ਪਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਿਉਂ ਹੋਇਆ? ਪਹਿਲਾਂ ਸਾਡੇ ਤੇ ਜਿਸਮਾਨੀ ਅਟੈਕ ਹੁੰਦੇ ਰਹੇ ਆ, ਹੁਣ ਸਾਡੇ ਤੇ ਬੌਧਿਕ ਅਟੈਕ ਹੋ ਰਹੇ ਆ। ਸੋ ਇਹਦੇ ਸੰਦਰਭ ਦੇ ਵਿੱਚ ਲੱਖਾ ਸਿਧਾਣਾ ਦੇ ਨਾਲ ਕੁਝ ਦਿਨ ਪਹਿਲਾਂ ਜੋ ਟਕਸਾਲ ਦੇ ਸਾਡੇ ਸਿੰਘ ਨੇ ਮਨਿੰਦਰ ਸਿੰਘ ਮਾਹਲ ਹੋਣੀ, ਉਹਨਾਂ ਨੇ ਫੋਨ ਦੇ ਉੱਤੇ ਵਿਚਾਰ ਚਰਚਾ ਕੀਤੀ। ਲੱਖਾ ਸਿਧਾਣਾ ਨੇ ਆਪਦਾ ਪੱਖ ਰੱਖਿਆ ਔਰ ਮਨਿੰਦਰ ਸਿੰਘ ਮਾਹਲ ਹੋਣਾ ਨੇ ਉਹਨਾਂ ਨੂੰ ਜਿਹੜੇ ਆ ਪੰਥਕ ਸਭਾ ਦੇ ਉੱਤੇ ਸਵਾਲ ਜਵਾਬ ਪੁੱਛੇ। ਅੱਜ ਤੁਹਾਡੇ ਕਚਹਿਰੀ ਦੇ ਵਿੱਚ, ਪੰਥ ਦੀ ਕਚਹਿਰੀ ਦੇ ਵਿੱਚ, ਅਸੀਂ ਮਨਿੰਦਰ ਸਿੰਘ ਮਾਹਲ ਹੋਣੀ ਔਰ ਲੱਖਾ ਸਿਧਾਣਾ ਜੀ ਨਾਲ ਵੀ ਸੰਪਰਕ ਕਰਾਂਗੇ ਕਿ ਜੇ ਉਹਨਾਂ ਨੇ ਸਾਡਾ ਫੋਨ ਚੱਕਿਆ ਤਾਂ ਦੋਨਾਂ ਸ਼ਖਸੀਅਤਾਂ ਨੂੰ ਬਰਾਬਰ ਬੈਲੈਂਸ ਦੇ ਵਿੱਚ ਬਿਠਾ ਕੇ ਔਰ ਜਿਹੜਾ ਉਹਨਾਂ ਦੇ ਕੀ ਵਿਚਾਰ ਨੇ ਉਹ ਪੁੱਛੇ ਜਾਣਗੇ। ਸਭ ਤੋਂ ਪਹਿਲਾਂ ਮਨਿੰਦਰ ਸਿੰਘ ਮਾਹਲ ਹੋਣੀ ਸਾਡੇ ਨਾਲ ਫੋਨ ਤੇ ਲਾਈਨ ਤੇ ਜੁੜ ਚੁੱਕੇ ਆ। ਮੈਂ ਮਾਹਲ ਸਾਹਿਬ ਨੂੰ ਜੀ ਆਇਆਂ ਕਹੂੰਗਾ। ਹਾਂਜੀ ਬਾਬਾ ਜੀ, ਧੰਨਵਾਦ ਜੀ ਬਹੁਤ ਬਹੁਤ। ਤੇ ਸਭ ਤੋਂ ਪਹਿਲਾਂ ਜੀ ਗੁਰੂ ਪਾਤਸ਼ਾਹ ਦੀ ਜਿਹੜੀ ਆਪਾਂ ਨੂੰ ਬਖਸ਼ੀ ਹੋਈ ਫਤਿਹ ਆ, ਉਹ ਸਾਰੀ ਸੰਗਤ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਕੁਛ ਧੰਨਵਾਦ ਜੀ। ਆਪ ਜੀ ਕਰੋ ਜੀ ਸਵਾਲ ਜੀ ਕਿ ਕਿਵੇਂ ਦੇ ਆਪ ਜੀ ਮੈਂ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਸਵਾਲ ਆ ਕਿ ਤੁਹਾਨੂੰ ਕੀ ਜ਼ਰੂਰਤ ਪਈ ਜਦੋਂ ਲੱਖਾ ਸਿਧਾਣਾ ਨੇ ਆਪਦਾ ਇੱਕ ਪੁਆਇੰਟ ਆਫ ਵਿਊ ਰੱਖਿਆ ਸੀ ਕਿ ਲੋਕਤੰਤਰ ਵਿੱਚ ਕੋਈ ਵੀ ਇਨਸਾਨ ਆਪਦਾ ਸਵਾਲ ਆ ਜਾਂ ਆਪਦੇ ਵਿਚਾਰ ਰੱਖ ਸਕਦਾ ਜੀ? ਬਿਲਕੁਲ ਜੀ। ਉਹਨਾਂ ਨੇ ਤੁਹਾਡੇ ਤੇ ਦੋਸ਼ ਵੀ ਲਾਇਆ ਕਿ ਤੁਸੀਂ ਉਹਨਾਂ ਨਾਲ ਪਹਿਲਾਂ ਫੋਨ ਦੇ ਉੱਤੇ ਗੱਲਬਾਤ ਕੀਤੀ ਆ ਔਰ ਫਿਰ ਉਹ ਗੱਲਬਾਤ ਜਿਹੜੀ ਰਿਕਾਰਡਿੰਗ ਹੋਈ ਆ ਉਹਨੂੰ ਵਾਇਰਲ ਕੀਤਾ ਗਿਆ ਜੀ। ਤੁਸੀਂ ਇਹਦੇ ਬਾਰੇ ਪਹਿਲਾਂ ਕੀ ਕਹੋਗੇ ਜੀ? ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਆ ਕਿ ਚਾਹੇ ਮੈਂ ਵੀ ਆ ਨਾ ਜਾਂ ਕੋਈ ਵੀ ਇਨਸਾਨ ਆ, ਕੋਈ ਵੀ ਇੰਨਾ ਵੱਡਾ ਨਹੀਂ ਸਾਡੇ ਹੈਗਾ ਕਿ ਜਿਹੜਾ ਸਿੱਧਾ ਗੁਰੂ ਗ੍ਰੰਥ ਸਾਹਿਬ ਤੇ ਸਾਡੀ ਮਾਨ ਮਰਿਆਦਾ ਤੇ ਜਾਂ ਜਿਹੜੇ ਸਾਡੇ ਮਾਨਤਾਵਾਂ ਹੈਗੀਆਂ ਉਹ ਤੇ ਕਿੰਤੂ ਪਰੰਤੂ ਕਰ ਸਕੇ ਜੀ। ਹਾਂਜੀ, ਬਿਲਕੁਲ ਬਿਲਕੁਲ। ਇਸ ਚੀਜ਼ ਤੇ ਮੈਂ ਇਹਨਾਂ ਲੱਖੇ ਨਾਲ ਜਿਹੜੀ ਪਹਿਲਾਂ ਮੇਰੀ ਰਿਕਾਰਡਿੰਗ ਹੋਈ ਆ, ਉਹ ਲੱਖੇ ਦੇ ਨਾਲ ਇਹੀ ਗੱਲ ਹਮੇਸ਼ਾ ਚੱਲੀ ਗਈ ਕਿ ਭਾਈ ਤੂੰ ਇੰਟਰਵਿਊਆਂ ਦੇ ਉੱਤੇ ਨਾ ਇਹ ਚੀਜ਼ਾਂ ਬੋਲ, ਇਹ ਬਹਿ ਕੇ ਅੰਦਰ ਕਰਨ ਵਾਲੀਆਂ ਗੱਲਾਂ ਹੁੰਦੀਆਂ, ਆਪਾਂ ਬਹਿ ਕੇ ਨਿਬੇੜ ਲਵਾਂਗੇ। ਠੀਕ ਹੈ ਜੀ, ਬਿਲਕੁਲ। ਇੰਨਾ ਸਾਰਾ ਕੁਛ ਹੋਣ ਤੋਂ ਬਾਅਦ ਮੈਂ ਬਿਲਕੁਲ ਸ਼ਾਂਤ ਬੈਠਾ ਸੀ। ਮੈਂ 36 ਘੰਟੇ ਇਹਨਾਂ ਦੀ ਕੋਈ ਰਿਕਾਰਡਿੰਗ ਜਾਂ ਕੁਛ ਵੀ ਵਾਇਰਲ ਨਹੀਂ ਕੀਤਾ। ਠੀਕ ਹੈ ਜੀ। ਉਹਦੇ ਤੋਂ ਲਗਾਤਾਰ ਜਿਹੜਾ ਬਾਅਦ ਮੈਂ ਸੰਪਰਕ ਕਰਨਾ ਸ਼ੁਰੂ ਕੀਤਾ ਕਿ ਭਾਈ ਤੁਸੀਂ ਆਪਣਾ ਕੋਈ ਨਾ ਕੋਈ ਪੱਖ ਰੱਖੋ, ਦੁਨੀਆ ਤੁਹਾਡਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋਣ ਡਿਆ ਵਾ ਤੇ ਮੈਨੂੰ ਵੀ ਲੋਕ ਟਾਰਗੇਟ ਕਰਨ ਡਿਆ ਕਿ ਤੁਸੀਂ ਕਿਉਂ ਚੁੱਪ ਬੈਠੇ ਆ। ਠੀਕ ਹੈ ਜੀ। ਇਸ ਚੀਜ਼ ਤੇ ਮੈਨੂੰ ਵੀ ਕਿ ਤੂੰ ਓਦਾਂ ਤਾਂ ਬਹੁਤ ਲੋਕਾਂ ਨੂੰ ਜਾ ਕੇ ਮਤਾਂ ਦੇਣ ਦੀਆਂ ਕੋਸ਼ਿਸ਼ ਕਰਦਾ, ਪਰ ਤੂੰ ਆਹ ਚੀਜ਼ ਤੇ ਕਿਉਂ ਚੁੱਪ ਬੈਠਾ? ਉਹ ਮੈਨੂੰ ਮਜਬੂਰੀ ਵਸ ਜਿਹੜਾ ਸੀ ਉਹ ਕਰਨੀ ਪਈ ਵਾਇਰਲ ਕਿ ਭਾਈ ਮੈਂ ਉਹਦੇ ਨਾਲ ਆਹ ਗੱਲਬਾਤ ਕੀਤੀ ਆ। ਠੀਕ ਹੈ ਜੀ। ਤੁਹਾਡਾ ਉਹਦਾ ਵਿਚਾਰ ਉੱਥੇ ਜਿਹੜਾ ਉਹਨਾਂ ਨੇ ਦੇਖੋ ਦਰਬਾਰ ਸਾਹਿਬ ਦੇ ਉੱਤੇ, ਦਰਬਾਰ ਸਾਹਿਬ ਦੀ ਪਾਵਨ ਮਰਜ਼ਾਦਾ ਦੇ ਉੱਤੇ ਸਵਾਲ ਚੁੱਕੇ ਨੇ ਜੀ। ਜਿਹੜਾ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਵਿੱਚ ਰੁਮਾਲਿਆਂ ਦੀ ਕਿਉਂ ਲੋੜ ਪਈ ਆ ਜੀ? ਇਹ ਮਹਾਂਪੁਰਖ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਜਿਹੜੇ ਆਪਾਂ ਜੇ ਕਹੀਏ ਕਿ ਗੁਰਬਾਣੀ ਜਿਹੜੀ ਆ
ਪੋਥੀ ਪਰਮੇਸ਼ਰ ਕਾ ਥਾਨ ਹੈ ਜੀ, ਠੀਕ ਹੈ ਜੀ। ਤੇ ਜੇ ਆਪਾਂ ਇਹ ਵੀ ਸਾਨੂੰ ਗੱਲ ਹੁਕਮ ਹੈਗਾ ਆ ਕਿ ਜਿਹੜੀ ਪ੍ਰਗਟ ਗੁਰਾਂ ਕੀ ਦੇਹ ਮੰਨਣਾ ਇਹਨੂੰ, ਠੀਕ ਹੈ ਜੀ, ਬਿਲਕੁਲ। ਤੇ ਇਹ ਗੱਲ ਅਸੀਂ ਕਹਿ ਸਕਦੇ ਹਾਂ, ਕਹਿੰਦੇ ਕਿ 4-4 ਲੱਖ ਦੇ ਜਾਂ ਉੱਥੇ ਰੁਮਾਲੇ ਚੜ੍ਹਦੇ ਨੇ ਜਾਂ ਜਿੰਨੇ ਦੇ ਚੜ੍ਹਦੇ, ਮੈਨੂੰ ਤਾਂ ਨਹੀਂ ਲੱਗਦਾ ਵੀ 4-4 ਦੇ ਹੋਣਗੇ। ਪਰ ਮੈਂ ਗੱਲ ਕਹੀ ਨਾ ਕਿ ਜੇ ਆਪਾਂ ਜਿਹੜੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰੂ ਕਾਲ ਦੌਰਾਨ ਜਿਹੜੇ ਦਸ਼ਾਲੇ ਭੇਟ ਕੀਤੇ ਗਏ ਸੀ, ਉਹਨਾਂ ਦੀ ਇਹ ਕੀਮਤ ਦੱਸ ਸਕਦੇ ਆ ਕਿ ਅੱਜ ਕਿੰਨੀ ਆ? ਬਿਲਕੁਲ ਬਿਲਕੁਲ ਹੈ ਜੀ। ਇਸ ਪ੍ਰਸ਼ਾਦੀ ਹਾਥੀ ਦੀ ਕੀਮਤ ਦੱਸ ਸਕਦੇ ਆ ਕਿੰਨੀ ਆ? ਬਿਲਕੁਲ ਹੈ ਜੀ। ਜਿਹੜੀਆਂ ਕੀਮਤੀ ਵਸਤਾਂ ਆ, ਜਿਹੜੀ ਸ਼ਰਧਾ ਆ, ਜਿਹਦਾ ਪ੍ਰੇਮ ਹੈਗਾ ਆ, ਉਹ ਹਰ ਇੱਕ ਤਰ੍ਹਾਂ ਦੇ। ਜਦੋਂ ਵੇਖੋ ਮੇਰੀ ਇੱਕ ਇੰਗਲੈਂਡ ਦੇ ਸਿੱਖ ਨਾਲ ਗੱਲਬਾਤ ਹੋਈ, ਉਹਨੇ ਮੈਨੂੰ ਕਿਹਾ, ਕਹਿੰਦਾ ਭਾਜੀ ਮੈਂ 2-3 ਸਾਲ ਬਾਅਦ ਇੰਡੀਆ ਆਉਣਾ ਆ, ਕਹਿੰਦਾ ਮੇਰੀ ਸ਼ਰਧਾ ਇਹ ਹੁੰਦੀ ਆ ਕਿ ਮੈਂ ਗੁਰੂ ਸਾਹਿਬ, ਜੇ ਮੈਂ ਹੋਰ ਸੇਵਾ ਵੀ ਕਰਦਾ ਨਾ ਕਿਤੇ ਸ਼ਰਧਾ ਨਾਲ, ਕਿਤੇ ਹੋਰ ਵੀ ਜਾਂ ਗਰੀਬਾਂ ਦੀ ਵੀ ਮਦਦ ਕਰਦਾ ਆ, ਤੇ ਉਹਨਾਂ ਨੂੰ ਵੀ ਕਹਿੰਦਾ ਵੀ ਮੈਂ ਦੇ ਕੇ, ਪਰ ਮੇਰੀ ਸ਼ਰਧਾ ਇਹ ਹੁੰਦੀ ਆ ਕਿ ਮੈਂ ਹਰਿਮੰਦਰ ਸਾਹਿਬ ਜਾ ਕੇ ਮੈਂ ਗੁਰੂ ਸਾਹਿਬ ਜੀ ਨੂੰ ਆਪਣੇ ਕਿਰਤ ਕਮਾਈ ਦੇ ਵਿੱਚੋਂ ਪੁਛਾ ਕੇ ਭੇਟ ਕਰਾਂ। ਹੈ ਜੀ। ਅੱਜ ਕੋਈ ਸਿੱਖ ਆ, ਉਹ 2-3 ਸਾਲ ਬਾਅਦ ਆਇਆ ਵਾ, ਅੱਜ ਉਹਨੂੰ ਅੱਗੇ ਪ੍ਰਬੰਧਕ ਜਿਹੜੇ ਉਹ ਕਹਿ ਦੇਣ ਕਿ ਭਾਈ ਅਸੀਂ ਨਹੀਂ ਰੁਮਾਲੇ ਲੈਣੇ ਤੁਹਾਡੇ, ਉਹਦੇ ਮਨ ਦੇ ਉੱਤੇ ਕਿੱਡੀ ਸੱਟ ਵੱਜੂਗੀ, ਇਹ ਗੱਲ ਸੋਚੋ ਤੁਸੀਂ। ਬਿਲਕੁਲ। ਦੇਖੋ ਅਸੀਂ ਕਿਸੇ ਦੀ ਜਿਹੜੀ ਆਸਥਾ ਵਾ, ਕਿਸੇ ਦੇ ਦਿਲ ਦੀ ਭਾਵਨਾ, ਜਿਹੜੀ ਸ਼ਰਧਾ ਵਾ, ਉਹਦਾ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਅਸੀਂ ਉਹਨੂੰ ਜਾਣ ਸਕਾਂਗੇ ਕਿ ਕੋਈ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕਿਸ ਪ੍ਰੇਮ, ਕਿਸ ਪਿਆਰ, ਕਿਸ ਸ਼ਰਧਾ ਦੇ ਨਾਲ ਆਇਆ ਜੀ। ਮੈਂ ਨਾ ਤੁਹਾਨੂੰ ਇੱਕ ਉਦਾਹਰਨ ਦੇਣ ਲੱਗਾ ਇਸ ਚੀਜ਼ ਦੀ। ਜੇ ਇਹ ਕਹਿੰਦੇ ਆ ਨਾ ਕਿ ਹੋਰ ਪਾਸੇ ਖਰਚੇ ਨਾ ਕਰੋ, ਤੁਸੀਂ ਹਨਾ ਗਰੀਬ ਦੀ ਮਦਦ ਕਰੋ, ਮੈਂ ਨਾ ਆਪਣੇ ਪਿੰਡ ਦਾ ਸਿੰਘ ਆ, ਮੈਂ ਉਹਨਾਂ ਦੀ ਮਿਲਾ ਵੀ ਦਊਂਗਾ ਤੁਹਾਨੂੰ। ਉਹ ਬੰਦਾ ਐਡਾ ਸ਼ੌਂਕੀ ਆ ਕਿ ਉਹ ਆਪਣੇ ਟਰੈਕਟਰ ਦੇ ਉੱਤੇ ਉਹਨੇ 5-5, 7-7 ਲੱਖ ਲਾਇਆ ਹੋਇਆ। ਉਹਨੂੰ ਸ਼ੌਂਕ ਹੈ ਵੀ ਟਰੈਕਟਰ ਦੇ ਉੱਤੇ ਹੀ ਮੈਂ ਸਾਰਾ ਕੁਝ ਤਿਆਰ ਕਰਕੇ ਰੱਖਣਾ। ਪਰ ਜਦੋਂ ਕਦੇ ਮਦਦ ਦੀ ਕਿਤੇ ਲੋੜ ਆਉਂਦੀ ਹੈ ਤੇ ਮਹਾਰਾਜ ਉਹ ਉਧਰ ਵੀ ਸਾਰਿਆਂ ਤੋਂ ਅਗਲੇ ਬੰਨੇ ਲੱਗਦਾ ਆ। ਗਰੀਬਾਂ ਦੀ ਮਦਦ 'ਚ ਵੀ ਹਰ ਇੱਕ ਤਰ੍ਹਾਂ ਦੀ ਚੀਜ਼। ਗੱਲ ਇਹ ਨਹੀਂ ਹੈਗੀ ਕਿ ਜੇ ਕੋਈ ਬੰਦਾ ਗੁਰੂ ਸਾਹਿਬ ਨੂੰ ਰੁਮਾਲੇ ਭੇਟ ਕਰ ਰਿਹਾ ਕੀਮਤੀ, ਤਾਂ ਉਹ ਹੋਰ ਸੇਵਾ ਨਹੀਂ ਕਰਨ ਡਿਆ ਕਿ ਸਿਰਫ ਰੁਮਾਲਿਆਂ ਤੱਕ ਹੀ ਸੀਮਤ ਆ। ਹੈ ਜੀ। ਜਿਹੜੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਜੇ ਤੁਸੀਂ ਆਪਣੇ ਬਾਪ ਨੂੰ ਵਧੀਆ ਪੁਸ਼ਾਕੇ ਨਹੀਂ ਭੇਟ ਕਰ ਸਕਦੇ, ਤੁਸੀਂ ਕਿਸੇ ਨੂੰ ਵੀ ਕੁਛ ਨਹੀਂ ਜੇ ਦੇ ਸਕਦੇ। ਬਿਲਕੁਲ। ਹੈ ਜੀ। ਹੁਣ ਗੱਲ ਇਹ ਆ ਜਾਂਦੀ ਆ, ਆਪਾਂ ਇਹਨਾਂ ਨੇ ਇਹ ਸਵਾਲ ਚੁੱਕਿਆ ਕਿ ਦੁੱਧ ਨਾਲ ਇਸ਼ਨਾਨ ਕਰਾਉਣ ਦੀ ਵੀ ਗੱਲ ਕੀਤੀ, ਠੀਕ ਹੈ ਜੀ। ਇਹ ਜੇ ਆਪਾਂ ਗੱਲ ਕਰੀ ਜਾਵੇ ਕਿ ਜੇ ਇਸ਼ਨਾਨ ਦੀ ਸੇਵਾ ਨਿਭਾਉਣ ਖਾਤਰ ਬਾਬਾ ਭਾਈ ਸੇਵਕ ਸਿੰਘ ਜੀ, ਭਾਈ ਮਨਸਾ ਸਿੰਘ ਦੇ ਭਾਈ ਤਾਰਾ ਸਿੰਘ ਦੇ ਭਾਈ ਭਾਰਾ ਸਿੰਘ ਜੀ, ਹੈ ਜੀ, ਉਹਨਾਂ ਨੇ ਗੁਰੂ ਕਾਲ ਮਾਫੀ ਚਾਹੁੰਦਾ, ਗੁਰੂ ਕਾਲ ਨਹੀਂ, ਮੁਗਲਾਂ ਦੇ ਕਾਲ ਦੌਰਾਨ, ਜਦੋਂ ਮੁਗਲਾਂ ਦਾ ਜ਼ੋਰ ਸੀ, ਉਹਨਾਂ ਨੇ ਪਹਿਰੇਦਾਰੀ ਦੀ ਸੇਵਾ ਕਰਦਿਆਂ ਆਪਣੀ ਸ਼ਹਾਦਤ ਦਿੱਤੀ ਸੀ। ਉਹ ਸਿਰਫ ਕੀ ਉਹਨਾਂ ਦੀ ਮਨਸ਼ਾ ਸੀ ਕਿ ਗੁਰੂ ਸਾਹਿਬ ਦੀ ਜਿਹੜੀ ਆ ਅਸੀਂ ਜਿਹੜੀ ਰੋਜ਼ ਸੇਵਾ ਹੁੰਦੀ ਆ ਉਹ ਨਿਰੰਤਰਤ ਜਾਰੀ ਰਵੇ, ਠੀਕ ਹੈ ਜੀ। ਉਹਨਾਂ ਦੀ ਉਸ ਸਮੇਂ ਕਾਲ ਦੇ ਵਿੱਚ ਮੁਗਲਾਂ ਦਾ ਜਦੋਂ ਦੌਰ ਸੀ, ਉਸ ਟਾਈਮ ਉਹਨਾਂ ਦੀ ਸ਼ਹਾਦਤ ਹੁੰਦੀ ਆ। ਜੇ ਸਿੱਖ ਇੱਕ ਸਿਰਫ ਆਪਣੀ ਸੇਵਾ ਜਿਹੜੀ ਇਸ਼ਨਾਨ ਦੀ ਸੇਵਾ ਨਿਭਾਉਣ ਖਾਤਰ ਜਾਂ ਹੋਰ ਸੇਵਾ ਜਿਹੜੀਆਂ ਵਾ ਉਹਦੇ ਵਿੱਚ ਜੇ ਪਰੰਪਰਾਵਾਂ ਜਿਹੜੀਆਂ ਹੈਗੀਆਂ ਆਪਣੇ ਦਰਬਾਰ ਦੀਆਂ, ਉਹ ਪੂਰੀਆਂ ਕਰਨ ਖਾਤਰ ਆਪਣੀਆਂ ਜਾਨਾਂ ਦੇ ਸਕਦੇ ਆ। ਤੇ ਜਿਹੜੇ ਆਪਣੇ ਇੱਕ ਸਿਰਫ ਦੁੱਧ, ਤੁਹਾਨੂੰ ਜਿਹੜਾ ਦੁੱਧ ਹੁਣ ਆਪ ਮੰਨ ਵੀ ਗਿਆ ਵੀ ਮੈਨੂੰ ਪਤਾ ਲੱਗਾ ਵੀ ਕੱਚੀ ਲੱਸੀ ਆ, ਹੈ ਜੀ, ਠੀਕ ਹੈ ਜੀ। ਇੱਕ ਦੁੱਧ ਜਿਹੜਾ ਭੇਟ ਕਰਨ ਪਿੱਛੇ ਤੁਸੀਂ ਐਡਾ ਵਿਵਾਦ ਖੜਾ ਕਰ ਲੈਂਦੇ ਆ। ਕੀ ਇਹਨੂੰ ਆਪਾਂ ਪੇਟ ਦੇਖੋ ਜੀ ਇਹ ਜਾਣਾਂਗੇ ਕਿ ਜਿਹੜਾ ਇਹ ਤਰਕ ਆ ਜਾਂ ਇਹ ਜਿਹੜੇ ਵਿਚਾਰਕ ਲਾ ਲਈਏ ਜਾਂ ਇਹ ਜੇ ਮੱਤ ਦੇ ਇਨਸਾਨ ਲਾ ਲਈਏ ਕਿ ਜਦੋਂ 10ਵੇਂ ਪਾਤਸ਼ਾਹ ਨੇ 5 ਸਿੰਘਾਂ ਦੇ ਸਿਰ ਮੰਗੇ ਸੀ ਤੇ ਕੁਛ ਆਪਦੇ ਆਪ ਨੂੰ ਵਿਦਵਾਨ ਘਵਾਉਣ ਵਾਲੇ ਜਿਹੜੇ ਤਰਕਵਾਦੀ ਸੀ, ਉਦੋਂ ਵੀ ਮਾਤਾ ਗੁਜਰ ਕੌਰ ਕੋਲੇ ਉਹਨਾਂ ਨੇ ਜਾ ਕੇ ਕਿਹਾ ਸੀ ਕਿ ਤੇਰਾ ਪੁੱਤਰ ਅੱਜ ਉਹ ਪਾਗਲ ਹੋ ਗਿਆ। ਪਾਗਲ ਤੱਕ ਸ਼ਾਇਦ ਸ਼ਬਦ ਉਹਨਾਂ ਨੂੰ 10ਵੇਂ ਪਾਤਸ਼ਾਹ ਨੂੰ ਵਰਤੇ ਗਏ ਸੀ। ਜੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਤਰਕ ਆ ਨਾ ਜੀ, ਤਰਕ ਜਿਹੜਾ ਆ, ਤਰਕ ਕਦੇ ਤੁਹਾਨੂੰ ਕਿਸੇ ਕੰਮ ਲਈ ਤਿਆਰ ਨਹੀਂ ਕਰ ਸਕਦਾ, ਠੀਕ ਹੈ ਜੀ। ਜਿਹੜਾ ਤਰਕ ਆ ਨਾ, ਤੁਹਾਨੂੰ ਦਿਮਾਗ ਦੇ ਵਿੱਚ ਇਹੋ ਜਿਹਾ ਸਵਾਲ ਪੈਦਾ ਕਰ ਦਿੰਦਾ ਕਿ ਜੇ ਤੁਸੀਂ ਕਹਿੰਦੇ ਨਾ ਕਿ ਇੱਥੇ ਯਾਰ ਇਹ ਇਹਨਾਂ ਨੇ ਗੱਲ ਕਹਿਤੀ ਕਿ ਭਾਈ ਉੱਥੇ ਦੁੱਧ ਰੋੜਦੇ ਆ, ਉਹ ਦੁੱਧ ਕਿੰਨਾ ਹੋਊਗਾ? ਵੱਧ ਤੋਂ ਵੱਧ 10 ਲੀਟਰ, 15 ਲੀਟਰ, 20 ਲੀਟਰ, ਇਸ ਤੋਂ ਵੱਧ ਦੁੱਧ ਨਹੀਂ ਵਿੱਚ ਉਹਦੇ ਪੈਂਦਾ ਹੋਊਗਾ ਕੱਚੀ ਲੱਸੀ 'ਚ। ਤੇ ਜਿਹੜਾ ਲੱਖਾਂ ਦੇ ਹਿਸਾਬ ਨਾਲ ਜਿਹੜੀ ਸੰਗਤ ਸ਼ੋਅ 'ਚ ਪ੍ਰਸ਼ਾਦੇ ਛਕਦੀ ਆ, ਇੰਨੇ ਜਿਹੜੇ ਲੱਖਾਂ ਲੀਟਰ ਉਹ ਦੁੱਧ ਵਰਤਾਉਂਦੇ ਆ, ਉਹ ਕਿਸੇ ਨੇ ਜ਼ਿਕਰ ਨਹੀਂ ਕੀਤਾ ਵੀ ਉਹ ਵੀ ਤਾਂ ਹੁੰਦਾ ਹੀ ਆ। ਮੈਂ ਇੱਕ ਗੱਲ ਹੋਰ ਕਹਿਣਾ, ਜੇ ਅਸੀਂ ਉੱਥੇ ਕੈਮੀਕਲ ਵਰਤਾਂਗੇ ਤਾਂ ਉਹ ਪਾਵਨ ਸਰੋਵਰ ਦੇ ਵਿੱਚ ਜੇ ਉਹ ਕੈਮੀਕਲ ਜਾਊਗਾ ਤਾਂ ਸੰਗਤਾਂ ਉੱਥੇ ਇਸ਼ਨਾਨ ਕਰਦੀਆਂ ਜਾਂ ਉੱਥੇ ਕੋਈ ਜੀਵ ਜੰਤੂ ਵੀ ਹੈਗੇ ਆ, ਜੇ ਅਸੀਂ ਉੱਥੇ ਕੈਮੀਕਲ ਵਰਤਣ ਲੱਗ ਗਏ ਤਾਂ ਉਹ ਸੰਭਵ ਹੀ ਹੈ ਨਹੀਂ। ਫਿਰ ਜਿਹੜੀ ਦੂਜੀ ਸਭ ਤੋਂ ਵੱਡੀ ਗੱਲ ਆ, ਮੈਂ ਇਤਿਹਾਸ ਦੇ ਵਿੱਚ ਪੜ੍ਹਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1661 ਈਸਵੀ ਨੂੰ ਜਦੋਂ ਸਭ ਤੋਂ ਪਹਿਲਾਂ
ਮਰਜ਼ਾਦਾ ਉਹਨਾਂ ਨੇ ਜੀ ਉਹ ਮੈਂ ਤੁਹਾਨੂੰ ਗੱਲ ਦੱਸਦਾ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦੋਂ ਇਹ ਮਰਿਆਦਾ ਸ਼ੁਰੂ ਕੀਤੀ ਹੈ ਤੇ ਸਭ ਤੋਂ ਪਹਿਲਾਂ ਇਸ਼ਨਾਨ ਹੀ ਦੁੱਧ ਨਾਲ ਕਰਵਾਇਆ ਗਿਆ ਸੀ। ਬਿਲਕੁਲ ਬਿਲਕੁਲ ਹੈ ਜੀ। ਉਹ ਇਸ਼ਨਾਨ ਹੀ ਦੁੱਧ ਨਾਲ ਕਰਵਾਇਆ ਗਿਆ ਸੀ ਤੇ ਜਿਹੜੀ ਗੁਰੂ ਸਾਹਿਬਾਨ ਦੇ ਵੇਲੇ ਤੋਂ ਮਰਿਆਦਾ ਚੱਲ ਰਹੀ ਆ ਉਹ ਅੱਜ ਅਸੀਂ ਕੌਣ ਹੁੰਨੇ ਆ ਕਿੰਤੂ ਪਰੰਤੂ ਕਰ ਲਈਏ। ਇਹ ਜੇ ਕਹਿੰਦੇ ਨਾ ਪੱਥਰਾਂ ਤੇ ਦੁੱਧ ਜਿਹੜਾ ਆ, ਪੱਥਰਾਂ ਤੇ ਦੁੱਧ ਤਾਂ ਹੁੰਦਾ ਵੀ ਜੇ ਅਸੀਂ ਦਿਨ ਰਾਤ ਨਿਰੰਤਰ ਪਾਈ ਜਾਣ ਡਏ ਆ। ਬਿਲਕੁਲ ਠੀਕ ਹੈ ਜੀ। ਸਾਡੇ ਦਿਨ ਰਾਤ ਨਹੀਂ ਪੈਂਦਾ, ਅਸੀਂ ਇੱਕ ਵੇਲੇ ਸਿਰਫ ਸਤਿਕਾਰ ਦੇ ਤੌਰ ਤੇ ਜਾਂ ਸਫਾਈ ਦੇ ਤੌਰ ਤੇ ਵਰਤਦੇ ਹਾਂ, ਹੈ ਨਾ ਜੀ। ਫਿਰ ਉਹ ਪੱਥਰ ਜਿਹੜੇ ਨੇ ਉਹ ਐਡੇ ਕੀਮਤੀ ਨੇ, ਉਹਨਾਂ ਨੂੰ ਕੈਮੀਕਲਾਂ ਦੇ ਨਾਲ ਤੁਸੀਂ ਅੱਜ ਵੀ ਭਰ ਕੇ ਵੀ ਉਹਨਾਂ ਨੂੰ ਤੁਸੀਂ ਖਰਾਬ ਕਰ ਲੈਣਾ। ਠੀਕ ਹੈ ਜੀ। ਇਹ ਸ਼ਾਇਦ ਤੁਸੀਂ ਇਹ ਉਦੋਂ ਮੈਂ ਲੱਖੇ ਸੁਧਾਣੀ ਨਾਲ ਵੀ ਗੱਲ ਕਰਨੀ ਕੀਤੀ ਸੀ, ਸ਼ਾਇਦ ਉਹ ਗੱਲ ਵਿੱਚੇ ਰਹਿ ਗਈ। ਇਹ ਤੁਸੀਂ ਸ਼ਾਇਦ ਨੋਟ ਕਰਿਓ ਵੀ ਤਾਜ ਮਹਿਲ ਦਾ ਪੱਥਰ ਜਿਹੜਾ ਆ ਉਹ ਕੈਮੀਕਲਾਂ ਦੀ ਜਾਂ ਹੋਰ ਗੱਲਾਂ ਦੀ ਸਫਾਈ ਕਰਕੇ ਉਹ ਪੱਥਰ ਖਰਾਬ ਹੋਣਾ ਸ਼ੁਰੂ ਹੋ ਗਿਆ ਸੀ। ਅਖੀਰ ਉਹਨਾਂ ਨੇ ਜੈਵਿਕ ਪਦਾਰਥ ਯੂਜ਼ ਕਰਨੇ ਸ਼ੁਰੂ ਕੀਤੇ ਤਾਂ ਉਹ ਹੁਣ ਥੋੜਾ ਆਪਣੀ ਕੰਡੀਸ਼ਨ ਨਾਰਮਲ ਦੇ ਵਿੱਚ ਆ। ਗੱਲ ਇਹ ਆ ਨਾ, ਗੱਲ ਇਹ ਨਹੀਂ ਤਰਕ ਸਮਝਦੇ ਵੀ ਇਹਦੇ ਪਿੱਛੇ ਤਰਕ ਕੀ ਆ। ਸਿਰਫ ਇੱਕ ਦੁੱਧ ਦਿਖ ਜਾਂਦਾ, ਜਿਵੇਂ ਉਹ ਰਣਜੀਤ ਬਾਵੇ ਦਾ ਗਾਣਾ ਆਇਆ ਸੀ, ਉਹ ਪੱਥਰਾਂ ਤੇ ਦੁੱਧ ਉਹਨੇ ਪਤਾ ਨਹੀਂ ਕਿਹੜਿਆਂ ਤੇ ਬੋਲਿਆ, ਪਰ ਲੋਕੀ ਕੀ ਪਾਈ ਜਾ ਰਹੇ ਆ ਵੀਡੀਓ ਜਿਹੜੀਆਂ ਆ ਉਹ ਗੁਰਦੁਆਰਾ ਸਾਹਿਬ ਦੇ ਜਿਹੜੇ ਸਰੋਵਰਾਂ ਦੇ ਦੇ ਇਸ਼ਨਾਨ ਕਰਾਉਣ ਦੀਆਂ ਪਾਈ ਜਾਂਦੇ ਆ। ਇਹਦਾ ਦੂਜਾ ਪੱਖ ਜਾਣੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਡੇ ਜਿਹੜੇ ਸਿੱਖ ਧਰਮ ਦੇ ਵਿੱਚ ਹੋ ਕੇ ਇਹ ਸਵਾਲ ਪੁੱਛਣਾ ਚਾਹੀਦਾ, ਕਿਉਂਕਿ ਗੁਰੂ ਸਾਹਿਬਾਨਾਂ ਦੇ ਜਿੱਥੇ ਜਿੱਥੇ ਵੀ ਇਤਿਹਾਸਕ ਔਰ ਜਿਹੜੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਬਣਾਏ ਆ, ਵੀ ਅੱਜ ਤੱਕ ਉੱਥੇ ਲੰਗਰ ਦੇ ਵਿੱਚੋਂ ਕੋਈ ਵੀ, ਭਾਵੇਂ ਉਹ ਸਿੱਖ ਆ, ਭਾਵੇਂ ਉਹ ਕਿਸੇ ਧਰਮ ਦਾ, ਕਿਸੇ ਜਾਤ ਦਾ, ਕਿਸੇ ਗੋਤ ਦਾ, ਕਿਹੜੇ ਦੇਸ਼ ਤੋਂ ਆ, ਕਦੇ ਲੰਗਰਾਂ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਅੱਜ ਤੱਕ ਜਦੋਂ ਕੋਈ ਗੁਰੂ ਘਰ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੇ 20 ਰੁਪਏ ਦੇ ਚਲਾਏ ਲੰਗਰ ਚੋਂ ਕਦੇ ਖਾਲੀ ਨਹੀਂ ਮੁੜਿਆ। ਜੇ ਤਾਂ ਹਾਂ ਠੀਕ ਆ, ਲੱਖਾ ਸਿਧਾਣਾ ਇਹ ਗੱਲ ਚੱਕ ਸਕਦਾ ਕਿ ਇੱਕ ਪਾਸੇ ਦਰਬਾਰ ਸਾਹਿਬ ਦੇ ਵਿੱਚ ਦੁੱਧ ਨਾਲ ਨਵਾਈ ਜਾਂਦੇ ਹੋਣ ਤੇ ਦੂਜੇ ਪਾਸੇ ਲੰਗਰ ਦੇ ਵਿੱਚ ਕਿਸੇ ਨੂੰ ਪਾਣੀ ਨਾ ਮਿਲੇ, ਅਸੀਂ ਫਿਰ ਵੀ ਉਹਨਾਂ ਦਾ ਸਵਾਲ ਵਾਜਬ ਮੰਨ ਲਾਂਗੇ। ਤੇ ਤੁਹਾਡੇ ਗੁਰਦੁਆਰਿਆਂ ਦੇ ਜਿਹੜੇ ਦਰਵਾਜ਼ੇ ਆ, ਲੰਗਰਾਂ ਦੇ ਦਰਵਾਜ਼ੇ ਤਾਂ ਤੁਹਾਡੇ ਬੰਦ ਨੇ ਜੀ। ਇਹ ਗੱਲ ਵੇਖੋ ਜੀ ਮਹਾਰਾਜ, ਸਭ ਤੋਂ ਪਹਿਲਾਂ ਜਦੋਂ ਸ਼ੁਰੂਆਤ ਇੰਨੀ ਗੱਲ ਹੁੰਦੀ ਆ ਮੇਰੀ ਰਿਕਾਰਡਿੰਗ ਦੇ ਵਿੱਚ, ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਹ ਗੱਲ ਕਹਿਣਾ ਕਿ ਭਾਈ ਇਹ ਦੱਸੋ ਕਿ ਉੱਥੋਂ ਕੋਈ ਖਾਲੀ ਮੁੜਦਾ, ਵੀ ਇਹ ਦੱਸੋ ਵੀ ਕੋਈ ਜਿਹੜਾ ਆ ਭੁੱਖਾ ਉੱਥੋਂ ਕਦੇ ਭੁੱਖਾ ਮੁੜਦਾ, ਕੋਈ ਦੱਸੋ ਵੀ ਕੋਈ ਉੱਥੋਂ ਮੁੜ ਕੇ ਗਿਆ ਹੋਵੇ ਕਿ ਜਿਹਦੀ ਮਦਦ ਨਾ ਹੋਈ ਹੋਵੇ। ਇਹਨਾਂ ਨੇ ਗੱਲ ਜਿਹੜੀ ਕੀਤੀ ਕਿ ਭਾਈ ਉੱਥੇ ਤਨਖਾਹਾਂ ਇੰਨੇ ਵੱਡੇ ਵਿਦਵਾਨਾਂ ਦੀਆਂ ਸਿਰਫ 8-8 ਹਜ਼ਾਰ ਆ, ਜਿਹੜੀ ਅੱਜ ਗੱਲ ਕੀਤੀ ਆ 8-8 ਹਜ਼ਾਰ ਆ। ਭਾਈ ਉਸ ਚੀਜ਼ ਤੇ ਸਵਾਲ ਚੁੱਕੋ ਤੁਸੀਂ, ਪਰ ਤੁਸੀਂ ਸਵਾਲ ਕਿਹੜੀਆਂ ਚੀਜ਼ਾਂ 'ਤੇ ਚੁੱਕ ਰਹੇ ਆ ਜਿਹੜੀਆਂ ਦਾ ਕੋਈ ਉਹਨਾਂ ਚੀਜ਼ਾਂ ਦਾ ਕੋਈ ਤੁਹਾਡਾ ਤਰਕ ਹੀ ਨਹੀਂ ਬਣਦਾ। ਉਹਨਾਂ ਚੀਜ਼ਾਂ 'ਤੇ ਚੁੱਕ ਰਹੇ ਤੁਸੀਂ। ਜੇ ਸ਼੍ਰੋਮਣੀ ਕਮੇਟੀ ਨਾਲ ਤੁਹਾਡਾ ਕੋਈ ਹੈਗਾ ਆ, ਤੁਸੀਂ ਉਸ ਚੀਜ਼ ਤੇ ਸਿੱਧੇ ਹੋ ਕੇ ਬੋਲੋ। ਪਰ ਸਾਡੇ ਗੁਰੂ ਸਾਹਿਬਾਨ ਦੇ ਜੋ ਬਣਾਈਆਂ ਪਰੰਪਰਾਵਾਂ ਨੇ, ਜਾਂ ਸਾਡਾ ਜਿਹੜੇ ਮਤਲਬ ਸਾਡਾ ਨਹੀਂ ਮੈਂ ਕਹਿ ਸਕਦਾ, ਸਾਡੇ ਕੁੱਲ ਮਨੁੱਖਤਾ ਦਾ ਗੁਰੂ ਗ੍ਰੰਥ ਸਾਹਿਬ ਆ, ਉਹਦੇ ਸਤਿਕਾਰ ਦੇ ਵਿਰੁੱਧ ਅਸੀਂ ਕੁਛ ਨਹੀਂ ਇਹੋ ਜਿਹਾ ਬਰਦਾਸ਼ਤ ਕਰਾਂਗੇ। ਅੱਜ ਕੁਛ ਬੰਦਿਆਂ ਨੇ ਇਹ ਗੱਲ ਨੂੰ ਕਹਿ ਕੇ ਮੈਨੂੰ ਭੰਨਣਾ ਸ਼ੁਰੂ ਕਰਤਾ ਵੀ ਇਹ ਬਾਦਲਾਂ ਦਾ ਬੰਦਾ ਆ। ਮੈਂ ਸਿੱਧੀ ਗੱਲ ਕਹਿਣਾ ਕਿ ਜਿੱਦਣ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਬੋਲਣ ਵਾਲੀ ਦਵਿੰਦਰ ਕੌਰ ਤੇ ਪਰਚਾ ਹੁੰਦਾ ਆ, ਉਦੋਂ ਮੈਂ ਬਾਦਲਾਂ ਤੇ ਇਹ ਲਿਖ ਕੇ ਪੋਸਟ ਪਾਈ ਸੀ ਵੀ ਅੱਜ ਤੁਹਾਡੇ ਪਰਿਵਾਰ ਤੇ ਉਹਨੇ ਕਿੰਤੂ ਪਰੰਤੂ ਕੀਤਾ ਤੇ ਤੁਸੀਂ ਝੱਟ ਪਰਚਾ ਦੇ ਦਿੱਤਾ ਉਹਦੇ ਤੇ। ਉਹਨੂੰ ਕਿੰਨੇ ਮਹੀਨੇ ਹੋ ਗਏ ਸੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਖਿਲਾਫ ਤੇ ਬੋਲਦੀ ਸੀ, ਉਦੋਂ ਦਾ ਤੁਹਾਨੂੰ ਕਿਉਂ ਨਾ ਦਿਖੀ ਇਹ ਵੀ ਅੱਜ ਤੁਹਾਡੇ ਪਰਿਵਾਰ ਤੇ ਗੱਲ। ਜੇ ਮੈਨੂੰ ਬਾਦਲਾਂ ਦਾ ਕੋਈ ਦਰਦ ਹੋਵੇ ਮੈਂ ਇੰਨੀ ਪੋਸਟ ਪਾਉਂਦਾ ਕਦੇ ਨਹੀਂ। ਇਹ ਤਾਂ ਦੇਖੋ ਮੁੜ ਕੇ ਉਹਨੂੰ ਪਾਰਟੀਬਾਜ਼ੀ ਦਾ ਰੰਗਤ ਦੇਣਾ। ਇਹ ਦੇਖੋ ਲੱਖੇ ਨੇ ਇੱਕ ਵਿਚਾਰਧਾਰਾ ਆਪਦੀ ਅਪਣਾਈ ਆ। ਜੀ ਜੀ ਜੀ। ਸਾਡੀ ਆਪਦੀ ਤੁਹਾਡੀ ਆਪਦੀ ਵਿਚਾਰਧਾਰਾ। ਗੱਲ ਤਾਂ ਲੜਾਈ ਤਾਂ ਵਿਚਾਰਧਾਰਾ ਦੀ ਆ। ਮੈਨੂੰ ਨਹੀਂ ਲੱਗਦਾ ਪੋਲੀਟੀਕਲੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜੋ ਕਿਉਂਕਿ ਮੈਂ ਵੇਖਿਆ ਕੁਝ ਬੰਦੇ ਪੋਸਟਾਂ ਇਸ ਚੀਜ਼ ਦੀਆਂ ਪਾ ਰਹੇ ਨੇ। ਉਹ ਮੈਂ ਸਬੂਤ ਵੀ ਇਹ ਚੀਜ਼ ਦਾ ਦੇਵਾਂਗਾ। ਮੈਂ ਸਿਰਫ ਇੱਕ ਆਪਣੇ ਸਫਾਈ ਤੌਰ ਤੇ ਕਿਹਾ ਕਿ ਮਤਲਬ ਇਹ ਨਾ ਕੱਲ ਨੂੰ ਕਹਿ ਦੇਣਾ ਕਿ ਸ਼੍ਰੋਮਣੀ ਕਮੇਟੀ ਦੀ ਵਕਾਲਤ ਕਰ ਰਿਹਾ ਜਾਂ ਫਲਾਣੇ ਦੀ ਕਰ ਰਿਹਾ। ਮੈਂ ਕਹਿੰਦਾ ਕਿ ਭਾਈ ਸਾਡੇ ਗੁਰਧਾਮ ਜਿਹੜੇ ਨਾ ਸਾਡੇ ਗੁਰਧਾਮ ਨੇ ਉਹ ਸਰਵਉੱਚ ਨੇ। ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਚੁਣੀ ਹੋਈ ਸੰਸਥਾ। ਟਾਈਮ ਦਰ ਟਾਈਮ ਉਹਦੇ ਤੇ ਇਲੈਕਸ਼ਨ ਹੁੰਦੇ ਆ ਤੇ ਜਿਹਨੂੰ ਚੰਗਾ ਲੱਗਦਾ ਇਲੈਕਸ਼ਨ ਲੜੇ। ਉਹਦੀ ਇੱਕ ਵੋਟਿੰਗ ਦੀ ਪ੍ਰਕਿਰਿਆ ਤੁਸੀਂ ਆਪਦੀ ਪਹਿਲਾਂ ਤੋਂ ਤਿਆਰੀ ਕਰਕੇ ਵੋਟ ਬਣਾਓ, ਉਹ ਅਲੱਗ ਵਿਸ਼ਾ। ਕਦੇ ਉਹਦੇ ਤੇ ਗੱਲ ਕਰਾਂਗੇ। ਉਹ ਕੋਈ ਲੁਕਵੀਂ ਛਿਪਵੀਂ ਗੱਲ ਨਹੀਂ ਕਿ ਠੀਕ ਆ ਉਹਦਾ ਵੋਟਿੰਗ ਪ੍ਰਣਾਲੀ ਲੋਕਤੰਤਰ ਦੇ ਹਿਸਾਬ ਨਾਲ ਜਿਹਨੂੰ ਚੰਗਾ ਲੱਗਦਾ ਉਹਦਾ ਇਲੈਕਸ਼ਨ ਲੜੋ। ਸੰਗਤ ਨੂੰ ਜਿਹੜਾ ਚੰਗਾ ਲੱਗਦਾ। ਗੁਰਬਾਣੀ ਦਾ ਹੁਕਮ ਆ, ਗੁਰਬਾਣੀ ਦਾ ਹੁਕਮ ਆ, ਜਿਨ ਭੈ ਅਦਬ ਨਾ ਬਾਣੀ ਧਾਰਾ ਜੀ ਜਾਣੋ ਸੋ ਸਿੱਖ ਨਹੀਂ ਹਮਾਰਾ। ਹੈ ਜੀ ਜੀ ਜੀ। ਤੇ ਇਹਦਾ ਤੁਸੀਂ ਵੇਖਿਓ ਰਿਕਾਰਡਿੰਗ ਕੋਈ 20-30 ਮਿੰਟ ਦੀ ਰਿਕਾਰਡਿੰਗ ਆ, ਸਾਰੇ ਜਗ੍ਹਾ ਕੀ ਕਹੀ ਜਾਂਦਾ ਗ੍ਰੰਥ 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 ਗ੍ਰੰਥ। ਕਿਤੇ ਇਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਇਹਦੇ ਮੂੰਹ ਚੋਂ ਨਿਕਲਦਾ। ਦੇਖੋ ਉਹਦਾ ਵੀ ਇਹਨੇ ਇੱਕ ਸਪਸ਼ਟੀਕਰਨ ਦਿੱਤਾ, ਕਹਿੰਦਾ ਜੀ ਮੈਨੂੰ ਉਹ ਗੱਲ ਜਚੀ ਤਾਂ ਨਹੀਂ,
ਕਿ ਮੈਂ ਜੀ ਬਠਿੰਡੇ ਦੇ ਏਰੀਏ ਦਾ ਰਹਿਣ ਵਾਲਾ ਤੇ ਮੇਰੀ ਭਾਸ਼ਾ ਅਸੱਭਿਅਕ ਹੋ ਸਕਦੀ ਆ। ਮੈਨੂੰ ਨਹੀਂ ਲੱਗਦਾ ਕਿ ਜਿਹੜੇ ਸਾਡੇ ਬਠਿੰਡੇ ਦੇ ਲੋਕ ਆ ਜਾਂ ਮਾਲਵੇ ਦੇ ਲੋਕ ਆ ਉਹਨਾਂ ਦੀ ਭਾਸ਼ਾ ਬੜੀ ਪਿਆਰੀ ਆ, ਬੜੀ ਸੋਹਣੀ ਆ। ਤੇ ਇੱਕ ਹਿਸਾਬ ਦਾ ਲੱਖਾ ਸਿਧਾਣਾ ਜੀ ਨੇ ਇਹ ਦਿਖਾਉਣਾ ਜਾਂ ਆਪਦੇ ਬਿਆਨ ਦੇ ਰਾਹੀਂ ਜ਼ਾਹਰ ਕੀਤਾ ਕਿ ਬਠਿੰਡੇ ਦੇ ਲੋਕਾਂ ਨੂੰ ਸ਼ਾਇਦ ਬੋਲਣ ਦੀ ਤਮੀਜ਼ ਨਹੀਂ। ਹਾਂ ਮਤਲਬ ਦੇਖੋ ਮੇਰੀ ਗੱਲ ਸੁਣੋ, ਇਹਨੇ ਕਿਉਂਕਿ ਇਸ ਚੀਜ਼ ਨਾਲ ਇਹ ਸਾਬਤ ਹੁੰਦਾ, ਕਿਉਂਕਿ ਜੇ ਆਪਾਂ ਆਪਣੇ ਪਿਤਾ ਦੀ ਕਦਰ ਨਹੀਂ ਨਾ ਇੱਜ਼ਤ ਕਰ ਸਕਦੇ, ਆਪਾਂ ਪਿਤਾ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਆਪਾਂ ਕਿਸੇ ਨੂੰ ਕੀ ਦੇ ਸਕਦੇ? ਨਹੀਂ, ਮੈਂ ਜੇ ਆਪਣੇ ਬਾਪ ਦੀ ਇੱਜ਼ਤ ਕਰਦਾ, ਦਿਲੋਂ ਕਰਦਾ ਹੋਣਾ ਚਾਹੀਦਾ, ਇਹ ਨਹੀਂ ਕਿ ਮੈਂ ਉੱਤੋਂ ਕਰਦਾ। ਦੇਖੋ ਜੇ ਸਾਨੂੰ ਸਤਿਕਾਰ ਆ ਤੇ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਅਸੀਂ ਇਕੱਲਾ ਗ੍ਰੰਥ ਸਾਹਿਬ ਨਹੀਂ ਕਹਿ ਸਕਦੇ। ਬਿਲਕੁਲ ਜੀ ਬਿਲਕੁਲ। ਅਸਲ 'ਚ ਜਿਹੜੀ ਗੱਲ ਆ ਨਾ, ਅਸਲ 'ਚ ਮਸਲਾ ਇਹੀ ਹੈ ਕਿ ਸਿਰਫ ਕੁਛ ਜਿਹੜੇ ਸਿੱਖਾਂ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਧੁੱਖ ਦੇ ਮਸਲੇ ਹੈਗੇ ਆ, ਉਹਨਾਂ ਨੂੰ ਉਭਾਰ ਕੇ ਉੱਤੇ ਲਿਆ ਕੇ ਤੇ ਉਹਨਾਂ ਦੇ ਵਿੱਚ ਇਹਨਾਂ ਨੂੰ ਪ੍ਰਸਿੱਧੀ ਹਾਸਲ ਕਰਨ ਦਾ ਕੋਈ ਹੈਗਾ ਆ। ਹੋਰ ਇਹਨਾਂ ਨੂੰ ਨਾ ਤਾਂ ਦਰਦ ਹੈਗਾ ਕਿਸੇ ਗੱਲ ਨਾਲ, ਨਾ ਕਿਸੇ ਨਾਲ ਇਹਨਾਂ ਨੂੰ ਕੋਈ ਲੈਣਾ ਦੇਣਾ ਆ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇੱਕ ਗੱਲ ਉਹਨਾਂ ਨੇ ਹੋਰ ਕੀਤੀ ਆ ਕਿ ਕਹਿੰਦੇ ਕਿ ਮੈਨੂੰ ਤੁਹਾਡਾ ਸ਼ਾਇਦ ਉਹਨਾਂ ਨੇ ਨਾਂ ਤਾਂ ਨਹੀਂ ਲਿਆ, ਪਰ ਮੈਨੂੰ ਪਤਾ ਕਾਲ ਵੱਖ-ਵੱਖ ਚੈਨਲਾਂ ਤੇ ਤੁਹਾਡੀ ਵੀ ਜਿਹੜੀ ਗੱਲ ਵਿਚਾਰ ਚਰਚਾ ਉਹੀ ਵਾਇਰਲ ਹੋਈ ਆ ਕਿ ਮੈਨੂੰ ਉਹਨਾਂ ਨੇ ਕਾਲ ਕੀਤੀ, ਸਾਡੀ ਇੱਕ ਵਿਚਾਰ ਸਰਕਾਰ ਹੋਈ, ਪਰ ਕਹਿੰਦੇ ਉਹਨਾਂ ਨੇ ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆਡੀਓ ਨੂੰ ਲੀਕ ਕੀਤਾ। ਪਰ ਕਹਿੰਦੇ ਚਾਹੀਦਾ ਤਾਂ ਇਹ ਸੀਗਾ ਕਿ ਉਹਨਾਂ ਦਾ ਸਾਡੇ ਨਾਲ ਬੈਠ ਕੇ ਵਿਚਾਰ ਕਰਨ ਦੀ ਚਰਚਾ ਜੀ ਉਹਨਾਂ ਦੇ ਨਾਲ ਹੋਣੀ ਚਾਹੀਦੀ। ਮੈਂ ਤੁਹਾਨੂੰ ਦੱਸ ਚੁੱਕਾ ਆ, ਮੈਂ ਉਹ ਮੁੰਡੇ ਦਾ ਨਾਂ ਨਹੀਂ ਸੀ ਲੈਣਾ, ਪਰ ਮੈਨੂੰ ਸਪਸ਼ਟੀਕਰਨ ਦੇਣਾ ਪੈ ਰਿਹਾ। ਮੇਰੀ ਗੱਲ ਸੁਣੋ, ਮੈਂ ਸਪਸ਼ਟੀਕਰਨ ਦੇਣਾ ਤਾਂ ਮੈਂ ਜਵਾਬ ਦੇ ਰਿਹਾ। ਮੈਂ ਗੁਰਸੇਵਕ ਸਿੰਘ ਭਾਣੇ ਨੂੰ ਵੀ ਫੋਨ ਕੀਤੇ, ਜਿਹੜੇ ਬੰਦੇ ਨੇ ਮੈਨੂੰ ਲੱਖੇ ਸਿਧਾਣੇ ਦੇ ਨਾਲ ਸਿੱਧੀ ਗੱਲ ਕਰਵਾਈ ਸੀ ਕਿਸੇ ਸਮੇਂ, ਠੀਕ ਹੈ ਜੀ। ਮੈਂ ਲੱਖੇ ਸਿਧਾਣੇ ਉਹਨਾਂ ਨਾਲ ਵੀ ਦੁਬਾਰੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮੈਨੂੰ ਨਹੀਂ ਕੁਛ ਹਾਸਲ ਹੋਇਆ ਤਾਂ ਫਿਰ ਮੈਨੂੰ ਭਾਈ ਸਾਹਿਬ ਇਹ ਕਦਮ ਚੁੱਕਣਾ ਪਿਆ, ਕਿਉਂਕਿ ਮੈਨੂੰ ਲੋਕਾਂ ਨੇ ਮੇਰੇ ਉੱਤੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਸੀ ਵੀ ਤੂੰ ਲੱਖੇ ਦੇ ਕਿਉਂ ਨਹੀਂ ਬੋਲਦਾ, ਤੂੰ ਹਰ ਵੇਲੇ ਤਾਂ ਲੱਖਾ ਕਰਦਾ ਰਹਿਣਾ, ਅੱਜ ਲੱਖਾ ਕਿਉਂ ਨਹੀਂ ਬੋਲਦਾ, ਲੱਖਾ ਜੇ ਗਲਤ ਬੋਲਿਆ ਤਾਂ, ਠੀਕ ਹੈ ਜੀ। ਮੈਂ ਕਿਹਾ ਕਿ ਮੈਂ ਲੋਕਾਂ ਦੇ ਵਿੱਚ ਸਿਰਫ ਇਹ ਗੱਲ ਰੱਖੀ ਸੀ ਕਿ ਭਾਈ ਮੇਰੀ ਉਹਦੇ ਨਾਲ ਇਸ ਚੀਜ਼ ਤੇ ਵਿਚਾਰ ਹੋਈ ਆ, ਅਸੀਂ ਬਹਿ ਕੇ ਨਜਿੱਠਣੀ ਆ। ਪਹਿਲਾਂ ਹੀ ਮੈਂ ਪੋਸਟ ਪਾਈ ਆ, ਉਹਦੇ ਵਿੱਚ ਇਹਦੇ ਖਿਲਾਫ ਕੁਛ ਨਹੀਂ ਲਿਖਿਆ। ਜਦੋਂ ਇਹਨਾਂ ਨੇ ਮੈਨੂੰ ਕੋਈ ਸਿਰ ਮੂੰਹ ਨਹੀਂ ਦੱਸਿਆ ਇੰਨੇ ਚਿਰ ਬਾਅਦ, ਫਿਰ ਮੈਂ ਦੁਬਾਰੇ ਇਹਨਾਂ ਨੂੰ ਅਸਲ 'ਚ ਜਿਹੜਾ ਤਕਲੀਫ ਕਿਹੜੀ ਗੱਲ ਦੀ ਹੋਈ ਆ, ਜਿਹੜੇ ਮੇਰੇ ਤੇ ਇਲਜ਼ਾਮ ਲੱਗੇ ਆ, ਤਕਲੀਫ ਇਸ ਗੱਲ ਦੀ ਹੋਈ ਆ ਜਿਹੜਾ ਗਾਣਾ ਪਰਸੋਂ ਬਣਾ ਕੇ ਪਾਤਾ, ਠੀਕ ਹੈ ਜੀ। ਉਹਦੇ ਵਿੱਚ ਇੰਨੀ ਗੱਲ ਕਹੀ ਆ ਵੀ ਅਸਲੀ ਸਿੱਖ ਕੌਮ ਦੇ ਦੁਸ਼ਮਣ ਤੁਸੀਂ ਆ, ਤੇ ਅੱਜ ਇਹ ਉਹਦੇ ਵਿੱਚ ਆਡੀਓ ਦੇ ਵਿੱਚ ਵੀਡੀਓ ਦੇ ਵਿੱਚ ਇੰਨੀ ਗੱਲ ਸ਼ਰੇਆਮ ਕਹਿ ਰਿਹਾ ਕਿ ਮੈਨੂੰ ਕੌਮ ਦਾ ਦੁਸ਼ਮਣ ਬਣਾ ਕੇ ਪੇਸ਼ ਕਰਤਾ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰ ਸਕਦਾ, ਇਹ ਤੋਂ ਵੱਡਾ ਹੋਰ ਉਹ ਦੁਸ਼ਮਣ ਕੌਣ ਹੋ ਸਕਦਾ? ਤੁਹਾਨੂੰ ਮਾਲ ਸਾਹਿਬ ਕੀ ਲੱਗਦਾ, ਕਦੇ ਪੰਥ ਦੇ ਸਫ਼ਿਆਂ ਦੇ ਵਿੱਚ ਬੜਾ ਲੰਮਾ ਟਾਈਮ ਪ੍ਰਚਾਰ ਕਰਨਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਔਰ ਇੱਕਦਮ ਉਹਨਾਂ ਦੇ ਉੱਤੇ ਕੋਈ ਹਮਲਾ ਹੁੰਦਾ ਤੇ ਉਹਦੇ ਤੋਂ ਬਾਅਦ ਉਹ ਪ੍ਰਚਾਰ ਦਾ ਮੁੱਖ ਹੀ ਮੋੜ ਲੈਂਦੇ ਆ, ਬਿਲਕੁਲ ਦੂਜੇ ਪਾਸੇ ਤੁਰ ਪੈਂਦੇ ਆ। ਉਸ ਤੋਂ ਬਾਅਦ ਜਿਵੇਂ ਇਹ ਲੱਖਾ ਸਿਧਾਣਾ, ਪਹਿਲਾਂ ਇਹਨਾਂ ਨੇ ਆਪਦਾ ਇੱਕ, ਚਲੋ ਠੀਕ ਆ, ਇਹਨਾਂ ਦਾ ਜਿਹੜਾ ਪਹਿਲਾਂ ਦਾ ਜੀਵਨ ਵਿਵਾਦਾਂ ਦੇ ਵਿੱਚ ਰਿਹਾ, ਜਿਹੜੇ ਸੋਸ਼ਲ ਵਰਕਰ ਤੁਰਦੇ ਆ, ਪੰਜਾਬੀ ਦੇ ਲਈ ਇਹ ਆਵਾਜ਼ ਚੁੱਕਦੇ ਆ ਸਮੇਂ-ਸਮੇਂ ਤੇ, ਉਸ ਤੋਂ ਬਾਅਦ ਆ ਕੇ ਫਿਰ ਇਹਨਾਂ ਦੇ ਵੱਲੋਂ ਵੀ ਉਸ ਤਰੀਕੇ ਉਹ ਕਤਾਰ ਦੇ ਵਿੱਚ ਖੜ ਜਾਣਾ ਵੀ ਇਹ ਜਿਹੜੇ ਚਿਹਰੇ ਆ ਪੰਜਾਬ ਦੇ ਲੋਕ, ਜਦੋਂ ਇਹਨਾਂ ਚਿਹਰਿਆਂ ਨੂੰ ਸਿਰ ਦੇ ਉੱਤੇ ਬਿਠਾ ਲੈਂਦੇ ਆ, ਆਪਦੀਆਂ ਪਲਕਾਂ ਦੇ ਉੱਤੇ ਬਿਠਾ ਲੈਂਦੇ ਆ, ਤੇ ਇਹ ਬਹੁਤਾਤ ਜਿਹੜੇ ਚਿਹਰੇ ਆ ਫਿਰ ਦਰਬਾਰ ਸਾਹਿਬ ਤੇ ਔਰ ਪੰਥਕ ਮਰਜ਼ਾਦਾ ਦੇ ਉੱਤੇ ਤੈਅ ਕਿਉਂ ਕਰਦੇ ਨੇ? ਇਹ ਸਿਰਫ ਕੁਛ ਜਿਹੜੇ ਹੁੰਦੇ ਆ, ਇਹ ਬੰਦੇ ਪਹਿਲਾਂ ਨਾ ਇੱਕ ਪ੍ਰਸਿੱਧੀ ਦੇ ਤੌਰ ਤੇ ਇਸ ਲਾਈਨ ਦੇ ਵਿੱਚ ਆ ਜਾਂਦੇ ਆ, ਠੀਕ ਹੈ ਜੀ। ਤੇ ਜਦੋਂ ਇਹਨਾਂ ਨੂੰ ਐ ਲੱਗਦਾ ਕਿ ਹਾਂ ਵੀ ਲੋਕ ਅਸੀਂ ਕੀਲ ਰਹੇ ਨੇ, ਤੁਸੀਂ ਅੱਜ ਵੀ ਦੇਖੋ ਜਿਹੜੇ ਬੰਦਿਆਂ ਨੂੰ ਇਹਨੇ ਅੱਜ ਭਾਵੇਂ ਝੂਠੀ ਮੁੱਠੀ ਦੀ ਮਾਫੀ ਜਿਹੜੀ ਆ ਇਹਨੇ ਮੰਗੀ ਆ ਜਾਂ ਕਿਸੇ ਗੱਲ ਆ ਕੁਛ ਵੀ ਆ, ਉਹ ਸ਼ਰੇਆਮ ਫਿਰ ਬੰਦੇ ਇਹਦੇ ਹੱਕ 'ਚ ਹੋ ਗਏ ਤਕਰੀਬਨ, ਹੈ ਜੀ। ਗੱਲ ਇਹ ਆ ਵੀ ਜਦੋਂ ਇਹਨਾਂ ਨੂੰ ਲੱਗਣ ਲੱਗ ਜਾਂਦਾ ਨਾ ਕਿ ਭਾਈ ਲੋਕ ਸਾਨੂੰ ਧਰਮ ਤੋਂ ਉੱਤੇ ਜਾਣਨ ਲੱਗ ਗਏ ਆ, ਇਹ ਉਸ ਟਾਈਮ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੇ ਨਾਲ ਇੰਨੇ ਕੁ ਲੋਕ ਜੁੜ ਚੁੱਕੇ ਆ ਵੀ ਅਸੀਂ ਕੁਛ ਵੀ ਕਰੀਏ ਲੋਕ ਸਾਡੇ ਯਕੀਨ ਕਰਨਗੇ, ਠੀਕ ਹੈ। ਜਦੋਂ ਆਪਾਂ ਭਾਵੇਂ ਛੋਟੇ ਪੱਧਰ ਤੇ ਵਿਰੋਧ ਕੀਤਾ, ਪਰ ਕੀਤਾ ਤਾਂ ਸਾਨੂੰ ਲੱਗਦਾ ਹੈ ਵੀ ਹਾਂ ਵੀ ਅਸੀਂ ਕੁਛ ਤਾਂ ਅਸਰ ਹੋਇਆ। ਜੇ ਸਾਡਾ 100 ਨੇ ਨਹੀਂ ਸੁਣੀ ਤਾਂ 50 ਕੋਲੇ ਤਾਂ ਸਾਡਾ, ਜੇ 100 ਨੇ ਸੁਣੀ ਹੈ ਤਾਂ 50 ਦੇ ਅਸਰ ਸਾਡੀ ਗੱਲ ਦਾ ਹੋਇਆ ਹੋਊਗਾ ਕਿ ਇਹ ਕਿੰਨੇ ਕੁ ਰੱਖਦੇ ਆ। ਹੁਣ ਮੈਂ ਤੁਹਾਨੂੰ ਦੱਸਦਾ, ਜੇ ਇਹਨਾਂ ਲੱਖੇ ਸਿਧਾਣੇ ਨੇ ਉਧਰ ਗੱਲ ਕਰਦਿਆਂ ਮੈਨੂੰ ਇੰਨੀ ਗੱਲ ਕਹੀ ਕਿ ਹਰਿਮੰਦਰ ਸਾਹਿਬ ਵੀ ਉਹੀ ਸਰੂਪ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ, ਉਹ ਪਿੰਡ ਵਾਲੇ ਗੁਰੂ ਘਰ ਵੀ ਉਹੀ ਹੁੰਦਾ ਹੈ ਜੀ। ਇਸ ਗੱਲ ਤੇ ਤੁਸੀਂ ਵੇਖੋ
ਇਹ ਫਿਰ ਕਿਤੇ ਨਾ ਕਿਤੇ ਉਹੀ ਵਿਚਾਰਧਾਰਾ ਨਹੀਂ ਲੱਗਦੀ। ਮੈਂ ਤੁਹਾਨੂੰ ਦੱਸਦਾ, ਇਹ ਵੇਖੋ ਨੇਕੀ ਦਾ ਇਹ ਵਿਰੋਧ ਕਰਦਾ ਹੁੰਦਾ ਸੀ, ਨੇਕੀ ਦਾ ਵਿਰੋਧ ਕਰਕੇ ਇਹਨੇ ਪ੍ਰਸਿੱਧੀ ਕਿਸੇ ਵੇਲੇ ਲਈ ਇਸ ਚੀਜ਼ 'ਚ ਵੀ। ਉਹ ਕਹਿੰਦਾ ਮੈਂ ਅੱਜ ਵੀ ਕਰਦਾ, ਉਹ ਕਹਿੰਦਾ ਮੈਂ ਅੱਜ ਵੀ ਕਰਦਾ ਜੀ। ਪਰ ਨੇਕੀ ਵੀ ਇਹੀ ਗੱਲ ਕਹਿੰਦਾ ਆ ਕਿ ਜਿਹੜਾ ਅਕਾਲ ਤਖਤ ਸਾਹਿਬ ਇੰਦਰਾ ਨਹੀਂ ਢਾਹ ਸਕੀ, ਕਹਿੰਦਾ ਇਹ ਮੈਂ ਢਾਹ ਕੇ ਦਿਖਾਉਣਾ ਲੋਕਾਂ ਨੂੰ। ਬਿਲਕੁਲ ਬਿਲਕੁਲ ਹੈ ਜੀ। ਉਹੀ ਗੱਲ ਇਹਨੇ ਕਹੀ ਆ ਕਿ ਜਿਹੜਾ ਹਰਿਮੰਦਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਮਹਾਰਾਜ ਦਾ ਸਰੂਪ ਆ, ਉਹ ਪਿੰਡ ਵੀ ਹੈਗਾ, ਫਿਰ ਪਿੰਡਾਂ 'ਚੋਂ ਤੁਸੀਂ ਮੱਥਾ ਕਿਉਂ ਨਹੀਂ ਟੇਕਦੇ? ਉੱਥੇ ਜਾ ਕੇ ਕੋਈ ਕਹਿੰਦਾ ਇੰਨਾ ਚਿਰ ਤੁਸੀਂ ਖਰਾਬ ਹੁੰਦੇ ਆ। ਇੱਕ ਗੱਲ ਉਹਨਾਂ ਨੇ ਹੋਰ ਵੀ ਕਹੀ ਆ ਜਿਹੜੀ ਮੈਂ ਪੁੱਛਣੀ ਚਾਹੁੰਦਾ, ਮੇਰੀ ਗੱਲ ਪਹਿਲਾਂ ਪੂਰੀ ਸੁਣ ਲਿਓ। ਕਹਿੰਦੇ ਕਿ ਵੀ ਮੈਨੂੰ ਜਿਹੜਾ ਬਾਹਰੋਂ ਨਿਊਜ਼ੀਲੈਂਡ ਤੋਂ ਤੇ ਉੱਥੋਂ ਕਹਿੰਦਾ ਮੈਨੂੰ ਥ੍ਰੈਡ ਆਏ ਆ, ਉੱਥੋਂ ਧਮਕੀਆਂ ਆਈਆਂ ਨੇ ਮੈਨੂੰ ਜੀ, ਤੇ ਉੱਥੇ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਦੇਖਾਂਗੇ, ਤੈਨੂੰ ਇਹ ਕਰਾਂਗੇ, ਉਹ ਕਰਾਂਗੇ। ਕਹਿੰਦਾ ਮੈਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਤੁਸੀਂ ਉੱਥੇ ਹਰਨੇਕ ਸਿੰਘ ਨਿਊਜ਼ੀਲੈਂਡ ਬੈਠਾ, ਤੁਸੀਂ ਉਹਨੂੰ ਦੇਖ ਲਓ ਜੀ। ਪਰ ਕੀ ਮੈਂ ਚਾਹੁੰਦਾ ਕਿ ਲੱਖੇ ਨੂੰ ਅਜਿਹੇ ਕੰਮ ਹੀ ਨਹੀਂ ਕਰਨੇ ਚਾਹੀਦੇ, ਐਸੀ ਗੱਲ ਹੀ ਨਹੀਂ ਕਰਨੀ ਚਾਹੀਦੀ ਕਿ ਜਿਹਦੇ ਨਾਲ ਜਿਹੜੇ ਉੱਥੇ ਕੌਮੀ ਜਾਂ ਸਾਡੇ ਪੰਥ ਦੀਆਂ ਉੱਥੇ ਸੰਗਤ ਜਾਂ ਮਾਇਨਾਜ ਹਸਤੀਆਂ ਬੈਠੀਆਂ ਨੇ, ਉਹ ਇੱਥੋਂ ਤੱਕ ਆਕਰੋਸ਼ ਦੇ ਵਿੱਚ ਆਉਣ ਕਿ ਉਹ ਤੈਨੂੰ ਕਹਿਣ ਕਿ ਅਸੀਂ ਤੈਨੂੰ ਦੇਖਾਂਗੇ, ਜਾਂ ਕੀ ਇਹ ਚੀਜ਼ਾਂ ਤੋਂ ਸਾਨੂੰ ਗਰੇਜ ਕਰਨਾ ਚਾਹੀਦਾ? ਬਿਲਕੁਲ ਜੀ, ਆ ਗਿਆ 1 ਮਿੰਟ। ਹਾਂਜੀ ਬਿਲਕੁਲ ਜੀ, ਬਿਲਕੁਲ। ਇਹ ਗੱਲ ਤੇ ਇਸ ਗੱਲ ਤੇ ਆਪਾਂ ਕਦੇ ਵੀ ਨਹੀਂ ਕਹਿ ਸਕਦੇ ਕਿ ਭਾਈ ਕਿਸੇ ਵੀ ਬੰਦੇ ਨੂੰ ਇਹ ਚੀਜ਼ਾਂ ਬੋਲਣ ਦਾ ਹੱਕ ਆ। ਪਰ ਫਿਰ ਵੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਕੁਛ ਲੋਕ ਜੇ ਤੁਹਾਨੂੰ ਆਦਰਸ਼ ਮੰਨਦੇ ਆ ਤੇ ਤੁਸੀਂ ਉਸ ਚੀਜ਼ ਦਾ ਨਜਾਇਜ਼ ਫਾਇਦਾ ਨਾ ਚੱਕੋ। ਹਾਂਜੀ, ਤੁਸੀਂ ਜੇ ਲੋਕ ਤੁਹਾਨੂੰ ਚੰਗਾ ਜਾਣਦੇ ਆ, ਤੁਹਾਨੂੰ ਤੁਹਾਡੀਆਂ ਚੀਜ਼ਾਂ ਨੂੰ ਫੋਲੋ ਕਰਦੇ ਆ, ਤੁਹਾਡੇ ਪਿੱਛੇ ਲੱਗੇ, ਜੇ ਤੁਸੀਂ ਪੰਜਾਬੀ ਦੇ ਭਾਸ਼ਾ ਤੇ ਮਸਲਾ ਚੱਕਿਆ ਤੇ ਤੁਹਾਡਾ ਸਮਰਥਨ ਹਰ ਇੱਕ ਬੰਦੇ ਨੇ ਕੀਤਾ, ਭਾਵੇਂ ਉਹ ਕਿਸੇ ਧਰਮ ਦਾ ਸੀ, ਕਿਸੇ ਦਲ ਚੋਂ ਸੀ, ਕਿਸੇ ਜਥੇਬੰਦੀ ਚੋਂ ਸੀ। ਟੋਟਲ ਜਥੇਬੰਦੀਆਂ ਨੇ ਸਾਥ ਦਿੱਤਾ ਕਿਉਂਕਿ ਗੁਰਮੁਖੀ ਤੇ ਅਸੀਂ ਇੱਕ ਆ। ਹੈ ਜੀ। ਪਰ ਇਹਦਾ ਮਤਲਬ ਤੁਹਾਨੂੰ ਇਹ ਸਰਟੀਫਿਕੇਟ ਨਹੀਂ ਮਿਲ ਜਾਂਦਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਵਿਰੁੱਧ ਕੋਈ ਅੱਜ ਸਵਾਲ ਚੁੱਕਦੇ ਹੋ। ਹਾਂਜੀ, ਤੁਹਾਡੇ ਲੱਖ ਕਾਰਜ ਜਿਹੜੇ ਚੰਗੇ ਹੋ ਸਕਦੇ ਆ, ਪਰ ਤੁਹਾਡੇ ਕੋਲੇ ਕਦੇ ਹੱਕ ਨਹੀਂ ਹੈਗਾ ਕਿ ਤੁਸੀਂ ਇਹ ਗੱਲ ਕਹਿ ਦਿਓ ਕਿ ਗੁਰੂ ਗ੍ਰੰਥ ਸਾਹਿਬ ਲਈ ਸਿਰਫ ਸਾਲ ਦੇ ਵਿੱਚ ਇੱਕ ਰਮਾਲਾ ਹੀ ਵਰਤਿਆ ਜਾਣਾ ਚਾਹੀਦਾ। ਮੈਂ ਇਹਨੂੰ ਲੱਖੇ ਨੂੰ ਸਵਾਲ ਕੀਤਾ ਸੀ, ਮੈਂ ਕਿਹਾ ਤੁਸੀਂ ਲੱਗਦਾ ਕਿ ਤੁਹਾਨੂੰ ਇੱਕ ਟੀ-ਸ਼ਰਟ ਜਿਹੜੀ ਪਾ ਕੇ ਤੁਸੀਂ ਸਾਲ ਕੱਢ ਸਕਦੇ ਆ? ਫਿਰ ਮੈਂ ਜੇ ਇਹ ਕਹਿੰਦੇ ਕਿ ਮੈਂ ਨਹੀਂ ਸਾਲ ਕੱਢ ਸਕਦਾ, ਤੇ ਫਿਰ ਮੈਂ ਇਹ ਕਿੱਦਾਂ ਲੋਕਾਂ ਨੂੰ ਕਹਿ ਸਕਦਾ ਕਿ ਮੇਰੇ ਪਿਓ ਨੂੰ ਮੈਂ 1 ਸਾਲ 'ਚ ਇੱਕ ਪੋਸ਼ਾਕਾ ਪਾਉਣਾ ਆ? ਹੈ ਜੀ। ਗੱਲ ਇਹ ਆ ਵੀ ਜੇ ਭਾਵੇਂ ਇਹ ਕਹਿੰਦਾ ਮੇਰੇ ਕੋਲੇ ਬੋਲਿਆ ਗਿਆ ਵੀ ਮੈਨੂੰ ਨਹੀਂ ਸਮਝ ਆਇਆ ਉਸ ਟਾਈਮ, ਪਰ ਇਸ ਗੱਲ ਦੀ ਚਲੋ ਮਾਫੀ ਵੀ ਮੰਗ ਲਈ, ਪਰ ਮਾਫੀ ਮੰਗਣ ਦੀ ਆੜ ਦੇ ਵਿੱਚ ਇਹ ਬੰਦੇ ਨੇ ਟਾਰਗੇਟ ਕਰਕੇ ਮੇਰੇ ਤੇ ਇਲਜ਼ਾਮ ਕਿਹੜੇ ਲਾ ਗਿਆ ਕਿ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰਕੇ। ਹਾਂ, ਉਹਨਾਂ ਨੇ ਇੱਕ ਫੋਟੋਆਂ ਬਾਰੇ ਵੀ ਤੁਹਾਡੇ ਤੇ ਲਾਇਆ। ਉਹ ਗੱਲ ਜਿਹੜੀ ਕਰ ਰਹੀ, ਉਹ ਗੱਲ ਜਿਹੜੀ ਸਿੰਘ ਦੀ ਕਰ ਰਿਹਾ ਨਾ, ਉਹ ਹੈਗਾ ਪੰਜਾਬ ਸਿੰਘ, ਸਾਡੇ ਪਿੰਡ ਦਾ ਹੀ, ਸੁਲਤਾਨਵਿੰਡ ਦਾ। ਠੀਕ ਹੈ ਜੀ। ਉਹ ਬੰਦਾ ਪਿਛਲੇ ਕੁਛ ਦਿਨਾਂ ਤੋਂ ਮੈਨੂੰ ਸੰਪਰਕ ਕਰ ਰਿਹਾ ਸੀ ਕਿ ਭਾਈ ਮਨਿੰਦਰ ਸਿੰਘ ਨਾਲ ਮੇਰਾ ਫੈਸਲਾ ਕਰਵਾ ਦਿਓ, ਸਾਡਾ ਕੋਈ ਓਦਾਂ ਕੋਈ ਰੌਲਾ ਨਹੀਂ ਹੈਗਾ, ਨਾ ਤਾਂ ਪਿੰਡ 'ਚ ਸਾਡਾ ਕੋਈ ਵੈਰ ਵਿਰੋਧ ਆ, ਨਾ ਕੁਛ ਆ, ਉਹਦੇ ਨਾਲ ਸਾਡਾ ਫੈਸਲਾ ਕਰਵਾ ਦਿਓ। ਮੈਂ ਸੋਚਦਾ ਸੀ ਵੀ ਭਾਈ ਇੱਕ ਪਿੰਡ ਦੇ ਆ, ਇੱਕ ਦਰਦ ਰੱਖਦੇ ਆ, ਆਪਾਂ ਇਕੱਠੇ ਹੋਣ ਲਈ ਵੀ ਤਿਆਰ ਆ। ਠੀਕ ਹੈ ਜੀ। ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਪਿੱਠ ਪਿੱਛੇ ਆਹ ਕੜੀਆਂ ਘੁੱਲਣ ਡਿਆ ਉਹ। ਠੀਕ ਹੈ ਜੀ। ਉਹ ਬੰਦੇ ਨੇ ਇੰਨੀ ਗੱਲ ਕਹੀ, ਇਹਨੂੰ ਕਹੀ ਹੋਊਗੀ ਜਾਂ ਉਹਨੇ ਕਹੀ ਜਾਂ ਇਹਨੇ ਬਣਾ ਲਈ, ਮੈਂ ਤੁਹਾਨੂੰ ਹੁਣ ਗੱਲ ਦੱਸਣ ਲੱਗਾ। ਠੀਕ ਹੈ ਜੀ। ਉਹ ਬੰਦੇ ਨਾਲ ਸਵੇਰੇ ਮੇਰੀ ਅੱਜ ਸਵੇਰੇ, ਉਸ ਟਾਈਮ ਇਹਦਾ ਲੱਖੇ ਦਾ ਕੋਈ ਮਸਲਾ ਨਹੀਂ ਸੀ। ਹੈ ਜੀ। ਉਸ ਟਾਈਮ ਲੱਖੇ ਦਾ ਕੋਈ ਮਸਲਾ ਨਹੀਂ ਸੀ। ਸਵੇਰੇ ਮੈਨੂੰ ਪੰਜਾਬ ਸਿੰਘ ਦੀ ਕਾਲ ਆਉਂਦੀ ਆ ਤੇ ਮੈਨੂੰ ਇੰਨੀ ਗੱਲ ਉਹ ਕਹਿੰਦਾ ਆ ਵੀ ਭਾਈ ਆਪਣਾ ਕੋਈ ਆਪਸ ਦਾ ਕੋਈ ਆਪਣਾ ਹੈ ਨਹੀਂ ਮਤਭੇਦ, ਨਾ ਤਾਂ ਆਪਣਾ ਕੋਈ ਵੰਡ ਵਿਹਾਰ ਆ ਪਿੰਡ ਦੇ ਵਿੱਚ, ਆਪਣਾ ਕੋਈ ਲੈਣਾ ਦੇਣਾ ਨਹੀਂ, ਆਪਾਂ ਕਿਉਂ ਆਪਸ ਦੇ ਵਿੱਚ ਗੁੱਸੇ ਹੋ ਕੇ ਬੈਠੇ ਆ? ਹਨਾ। ਮੈਂ ਕਿਹਾ ਵੀਰ ਮੇਰੀ ਗੱਲ ਸੁਣ, ਤੇਰੇ ਕੋਈ ਮਨ 'ਚ ਗੁੱਸਾ ਹੋਵੇ ਵੱਖਰੀ ਗੱਲ ਹੈ, ਪਰ ਮੇਰੇ ਮਨ 'ਚ ਤੇਰੇ ਲਈ ਕੋਈ ਗੁੱਸਾ ਨਹੀਂ ਹੈਗਾ। ਠੀਕ ਹੈ ਜੀ। ਮੈਂ ਕਿਹਾ ਜਦੋਂ ਪੱਥਰਾਂ ਦੇ ਜਿਹੜੇ ਬੁੱਤਾਂ ਨੂੰ ਤੋੜਨ ਦਾ ਮਸਲਾ ਚੱਲਿਆ ਸੀ, ਉਸ ਟਾਈਮ ਤੂੰ ਕੀ ਕੀਤਾ ਸੀ ਵੀ ਤੂੰ ਸ਼੍ਰੋਮਣੀ ਕਮੇਟੀ ਨੂੰ ਸਰਵਉੱਚ ਦੱਸ ਕੇ ਤੇ ਨਿਹੰਗ ਸਿੰਘ ਜਥੇਬੰਦੀਆਂ ਤੇ ਦਮਦਮੀ ਟਕਸਾਲ ਨੂੰ ਟਾਰਗੇਟ ਕੀਤਾ ਸੀ। ਠੀਕ ਹੈ ਜੀ। ਤੇ ਮੈਂ ਕਿਹਾ ਵੀ ਤੈਨੂੰ ਲੋਕ ਪੋਸਟਾਂ ਪਾ ਰਹੇ ਸੀ ਤੇਰੇ ਵੀ ਸੁਲਤਾਨਵਿੰਡ ਦਾ ਕੋਈ ਏਦਾਂ ਆ ਜੇ ਆ ਉਹ, ਤੇ ਮੈਂ ਕਿਹਾ ਮੈਂ ਤੇਰੇ ਤੇ ਪੋਸਟ ਇੰਨੀ ਪਾਈ ਸੀ ਵੀ ਭਾਈ ਇਹ ਮਲਕੀਤ ਸਿੰਘ, ਪੰਜਾਬ ਸਿੰਘ ਦਾ ਅਸਲੀ ਨਾਮ ਮਲਕੀਤ ਸਿੰਘ ਆ। ਹੈ ਜੀ। ਮੈਂ ਕਿਹਾ ਮਲਕੀਤ ਸਿੰਘ ਸੁਲਤਾਨਵਿੰਡ ਦਾ ਹੈ ਨੀਗਾ। ਹੈ ਜੀ। ਇੰਨੀ ਗੱਲ ਮੈਂ ਸਿਰਫ ਉੱਤੇ ਪੋਸਟ ਪਾਈ ਸੀ। ਮੈਂ ਕਿਹਾ ਸੁਲਤਾਨਵਿੰਡ ਦਾ ਹੈ ਨੀਗਾ, ਪਤਾ ਨਹੀਂ ਕਿੱਥੋਂ ਆਇਆ ਪਰ ਸਾਡੇ ਪਿੰਡ ਆ ਕੇ ਰਹਿਣ ਲੱਗ ਗਿਆ ਤੇ ਸੁਲਤਾਨਵਿੰਡ ਦਾ ਇਹ ਹੈ ਨੀਗਾ। ਹਨਾ ਜੀ। ਠੀਕ ਹੈ। ਉਹ ਬੰਦੇ ਨੇ ਇਸ ਗੱਲ ਦਾ ਮਨ ਦੇ ਵਿੱਚ ਗੁੱਸਾ ਰੱਖਿਆ। ਉਹ ਬੰਦੇ ਨੇ ਮੈਨੂੰ ਇੱਥੇ ਤੱਕ ਟਾਰਗੇਟ ਕਰਵਾਤਾ ਕਿ ਇਹ ਬੰਦੇ ਨੇ ਪੋਸਟਾਂ ਐਡਿਟ ਕੀਤੀਆਂ ਜਾਂ ਕੁਛ ਵੀ। ਹਨਾ। ਠੀਕ ਹੈ। ਪਰ ਅੱਜ ਸਵੇਰੇ ਫੋਨ ਦੇ ਉੱਤੇ ਮੇਰੇ ਕੋਲ ਫੋਨ ਕਾਲ ਵੀ ਆ, ਜੇ ਕਹੋ ਤਾਂ ਮੈਂ ਫੋਨ ਕਾਲ ਵੀ ਤੁਹਾਨੂੰ ਦੇਣ ਲਈ ਤਿਆਰ ਆ। ਫੋਨ ਕਾਲ ਦੇ ਵਿੱਚ ਉਹ ਬੰਦਾ ਮੇਰੇ ਕੋਲੇ ਮੰਨ ਰਿਹਾ ਕਿ ਤੇਰਾ ਕੋਈ ਹੱਥ ਨਹੀਂ ਹੈਗਾ ਕਿਤੇ ਫੋਟੋਆਂ ਐਡਿਟ ਕਰਾਉਣ 'ਚ। ਠੀਕ ਹੈ ਜੀ। ਬਿਲਕੁਲ। ਹਾਂਜੀ। ਉਹ ਚੀਜ਼ ਆਪਣੇ ਕੋਲੇ ਸਬੂਤ ਆ। ਉਹ ਮੈਨੂੰ ਆਪ ਮੰਨਿਆ ਕਿ ਮੈਂ ਮੰਨਦਾ ਕਿ ਤੇਰਾ ਨਹੀਂ ਹੈਗਾ, ਪਰ ਉਹ ਕੁਛ ਬੰਦਿਆਂ ਦੇ ਨਾਂ ਲੈ ਰਿਹਾ। ਮੈਂ ਉਹਨੂੰ ਕਿਹਾ ਭਾਈ ਸਬੂਤ ਰੱਖ ਦੇ, ਮੈਂ ਉਹਨਾਂ ਨੂੰ ਵੀ ਘੇਰ ਲੂੰਗਾ ਜਾ ਕੇ, ਤੂੰ ਸਬੂਤ ਮੈਨੂੰ ਦੇ ਦੇ। ਠੀਕ ਹੈ। ਜੇ ਉਹ ਬੰਦੇ ਕੋਲੇ ਸਬੂਤ ਹੈਗੇ, ਇਹਨੇ ਸਾਈਬਰ ਸੈੱਲ ਦੇ ਵਿੱਚ ਰਿਪੋਰਟ ਕੀਤੀ ਸੀ, ਉਹ ਅਜੇ ਤੱਕ ਕਾਰਵਾਈ ਕਿਉਂ ਨਹੀਂ ਹੋਈ?
ਜੇ ਸਬੂਤ ਹੈਗੇ ਸੀ, ਜੇ ਪੱਕੇ ਸਬੂਤ ਹੈਗੇ ਸੀ, ਆਪਾਂ ਬਿਨਾਂ ਕਿਸੇ ਗੱਲ ਤੋਂ ਨਾਂ ਲੈ ਦਿੰਦੇ ਆ ਕਿਸੇ ਦਾ। ਉਹਨੇ ਮਨਿੰਦਰ ਸਿੰਘ ਮਾਲ ਲੈ ਕਹਿ ਕੇ ਤੇ ਮੁੜ ਕੇ ਇਹ ਸਾਰਾ ਕੁਝ ਰੌਲਾ ਪਾਤਾ ਕਿ ਫੋਟੋਆਂ ਐਡਿਟ ਕਰਾ ਕੇ ਲੋਕਾਂ ਨੂੰ ਸਿੱਖੀ ਤੋਂ ਦੂਰ ਕਰ ਦਿੰਦੇ ਆ, ਫਲਾਣਾ ਜੇ ਕਰ ਦਿੰਦੇ ਆ। ਜੇ ਮੇਰੇ ਤੇ ਇਹ ਚੀਜ਼ ਦੀ ਉਂਗਲ ਚੁੱਕੀ ਸੀ ਤਾਂ ਇਹ ਚੀਜ਼ ਸਾਬਤ ਕਰਨੀ ਵੀ ਬਣਦੀ ਆ ਕਿ ਲੱਖਾ ਕੱਲ ਨੂੰ ਇਹਨੂੰ ਸਾਬਤ ਕਰੇ ਇਹ ਕਿ ਮਨਿੰਦਰ ਸਿੰਘ ਮਾਲ ਨੇ ਕਿਸੇ ਦੀਆਂ ਪਰਿਵਾਰ ਦੀਆਂ ਫੋਟੋਆਂ ਐਡਿਟ ਕਰਵਾਈਆਂ। ਬਿਲਕੁਲ ਜੀ ਕਿਸੇ ਦੇ ਪਰਿਵਾਰ ਨੂੰ ਟਾਰਗੇਟ ਕੀਤਾ ਜਾਂ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਟਾਰਗੇਟ ਕੀਤਾ। ਚੀਜ਼ਾਂ ਸ਼ੋਭਾ ਹੀ ਨਹੀਂ ਦਿੰਦੀਆਂ ਜੀ। ਇੱਕ ਸਿਰਫ ਜਿੱਦਾਂ ਹੁੰਦਾ ਨਾ ਵੀ ਇੱਕ ਵਾਰੀ ਗੱਲ ਕਹਿ ਕੇ ਫਸ ਜਾਂਦੇ ਆ, ਹੁਣ ਗੱਲ ਉਹਨੂੰ ਉਲਝਾਉਣ ਲਈ ਅੱਗੇ ਦੇ ਅੱਗੇ ਝੂਠ ਬੋਲੀ ਜਾਂਦੇ ਆ। ਜੇ ਚੀਜ਼ ਇਹਨੇ ਕਹੀ ਆ ਤਾਂ ਇਹ ਸਾਬਤ ਕਰੇ, ਹਨਾ ਜੀ। ਤੇ ਬਾਕੀ ਜਿੱਦਾਂ ਵੀ ਹੋਵੇ, ਮੈਂ ਲੱਖਾ ਜੀ ਮੇਰੇ ਨਾਲ ਲਾਈਵ ਬਹਿਣਾ ਚਾਹਵੇ, ਮੈਂ ਲਾਈਵ ਚ ਵੀ ਇਹਦੇ ਨਾਲ ਬਹਿਣ ਨੂੰ ਤਿਆਰ ਆ ਤੁਹਾਡੇ ਪ੍ਰੋਗਰਾਮ ਦੀ ਜਦੋਂ ਵੀ ਸਮਾਂ ਦੇ ਸਕੇ। ਤੇ ਮੇਰੇ ਕੋਲ ਜ਼ਰੂਰ ਕਰਾਂਗੇ ਲੱਖਾ ਸੁਧਾਣਾ ਜੀ ਨਾਲ ਵੀ। ਮੇਰੇ ਕੋਲੇ ਸਮਾਂ ਅੱਜ ਬਹੁਤ ਸੀਮਿਤ ਹੈ ਕਿਉਂਕਿ ਤੂੜੀ ਬਣ ਰਹੀ ਹੈ ਤੇ ਮੈਨੂੰ ਕੰਮ ਥੋੜੇ ਬਹੁਤ ਕਰਨੇ ਪੈਣੇ ਆ। ਕੋਈ ਗੱਲ ਨਹੀਂ, ਜਦੋਂ ਜੀ ਤੇ ਜਦੋਂ ਵੀ ਸਮਾਂ ਤੁਸੀਂ ਮੈਨੂੰ ਦੇ ਦਿਓ ਤੇ ਮੈਂ ਤਿਆਰ ਆ। ਲੱਖੇ ਨੂੰ ਵੀ ਨਾਲ ਲੈ ਲਓ ਲਾਈਵ ਦੇ ਵਿੱਚ, ਮੈਂ ਹਰ ਇੱਕ ਤਰ੍ਹਾਂ ਦੇ ਜਵਾਬ ਦੇਣ ਲਈ ਤਿਆਰ ਹਾਂ ਜੀ। ਚਲੋ ਕੋਈ ਗੱਲ ਨਹੀਂ, ਤੁਸੀਂ ਜਿੰਨਾ ਸਮਾਂ ਦਿੱਤਾ ਤੁਹਾਡਾ ਧੰਨਵਾਦ। ਜੀ ਠੀਕ ਹੈ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਮਨਿੰਦਰ ਸਿੰਘ ਮਾਲ ਜਿਹੜੇ ਸਾਡੇ ਨਾਲ ਜੁੜੇ ਸੀਗੇ, ਜਿਹੜਾ ਅਸੀਂ ਲੱਖਾ ਸੁਧਾਣਾ ਨਾਲ ਇਹਨਾਂ ਦਾ ਵਾਦ ਵਿਵਾਦ ਹੋਇਆ ਸੀ ਤੇ ਉਹਦੇ ਪਰਥਾਏ ਜਿਹੜਾ ਉਹਨਾਂ ਨੇ ਆਪਦੇ ਵਿਚਾਰ ਰੱਖੇ ਸੀ ਤੇ ਅਸੀਂ ਇਹਨਾਂ ਤੋਂ ਕੋਸ਼ਿਸ਼ ਕੀਤੀ ਕਿ ਇਹ ਆਪਦਾ ਪੱਖ ਰੱਖਣ। ਲੱਖਾ ਸੁਧਾਣਾ ਜੀ ਨਾਲ ਵੀ ਰਾਬਤਾ ਕਾਇਮ ਕੀਤਾ, ਉਹਨਾਂ ਦਾ ਫੋਨ ਬੰਦ ਆ ਰਿਹਾ ਸੀ। ਕੱਲ ਨੂੰ ਉਹਨਾਂ ਦੇ ਨਾਲ ਵੀ ਸਾਡੀ ਟੀਮ ਨੂੰ ਹਾਰਟ ਪੰਜਾਬੀ ਜੀ ਨੂੰ ਕਵਾਂਗੇ ਕਿ ਸੰਪਰਕ ਰੱਖਿਓ ਕਿ ਉਹਨਾਂ ਦੇ ਨਾਲ ਵੀ ਰਾਬਤਾ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਲੱਖਾ ਸੁਧਾਣਾ ਜੀ ਨੂੰ ਵੀ ਆਪਾਂ ਔਨ ਮੰਚ ਤੇ ਲੈ ਕੇ ਆਈਏ ਉਹਨਾਂ ਨੂੰ, ਔਰ ਦੋਨਾਂ ਭਰਾਵਾਂ ਨੂੰ ਇੱਥੇ ਬਿਠਾ ਕੇ ਜਿਹੜਾ ਵੀ ਇਹਨਾਂ ਦਾ ਕੋਈ ਵਾਦ ਵਿਵਾਦ ਹੈ, ਕਿਉਂਕਿ ਦੇਖੋ ਜਿਹੜਾ ਦਰਬਾਰ ਸਾਹਿਬ ਦੇ ਉੱਪਰ ਕਿਸੇ ਤਰ੍ਹਾਂ ਦੀ ਵੀ ਜਾਂ ਉੱਥੇ ਉਂਗਲ ਚੱਕਣਾ, ਉਹ ਸਾਡੀ ਇੱਕ ਪੰਥਕ ਮਾਨ ਮਰਜ਼ਾਦਾ ਜਿਹਦੇ ਬਾਰੇ ਸਰਵਉੱਚ ਅਕਾਲ ਤਖਤ ਸਾਹਿਬ ਔਰ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਐਸਐਮ ਉਸ ਜ਼ਿੰਮੇਵਾਰੀ ਦੇ ਉੱਤੇ ਸੁਸ਼ੋਭਿਤ ਨੇ ਕਿ ਅਸੀਂ ਮਿਲ ਬੈਠ ਕੇ ਉਹ ਭਰਾ ਉਸ ਚੀਜ਼ ਨੂੰ। ਮੈਨੂੰ ਤਾਂ ਇਹ ਵੀ ਚਾਹੀਦਾ ਕਿ ਲੱਖਾ ਸੁਧਾਣਾ ਜੀ ਨੇ ਜਿੱਦਾਂ ਆਪਦੀ ਫੋਨ ਰਿਕਾਰਡਿੰਗ ਤੋਂ ਬਾਅਦ ਕਿਹਾ ਕਿ ਇਹ ਚੀਜ਼ ਮਿਲ ਬੈਠ ਕੇ ਇਹਦਾ ਹੱਲ ਹੋ ਜਾਣਾ ਚਾਹੀਦਾ ਸੀ, ਪਰ ਮੈਨੂੰ ਲੱਗਦਾ ਕਿ ਲੱਖਾ ਸੁਧਾਣਾ ਜੀ ਨੂੰ ਵੀ ਲਾਈਵ ਹੋਣ ਦੇ ਬਜਾਏ, ਵੱਖ-ਵੱਖ ਚੈਨਲਾਂ ਤੇ ਆਉਣ ਦੇ ਬਜਾਏ, ਉਹਨਾਂ ਨੂੰ ਵੀ ਚਾਹੀਦਾ ਇਹ ਸੀਗਾ ਕਿ ਇਸ ਮਸਲੇ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਕੋਈ ਵਿਚਾਰ ਸੀ, ਉਹਨਾਂ ਦੇ ਮਨ ਦੇ ਵਿੱਚ ਕੋਈ ਵਲਵਲਾ ਸੀ ਜਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਸਲਾਹ ਸੀ, ਬਜਾਏ ਅਸੀਂ ਦਰਬਾਰ ਸਾਹਿਬ ਦੇ ਉੱਪਰ ਕੋਈ ਕਿੰਤੂ ਪਰੰਤੂ ਕਰੀਏ ਜਾਂ ਉੱਥੋਂ ਦੀ ਮਾਣ ਮਰਜ਼ਾਦਾ ਜੋ ਸਾਡੇ ਪੁਰਾਤਨ ਗੁਰੂ ਸਾਹਿਬਾਨਾਂ ਦੇ ਟਾਈਮ ਤੋਂ ਔਰ ਜਿਹੜੀ 300-400 ਸਾਲ ਤੋਂ ਚੱਲੀ ਆ ਰਹੀ ਪਾਵਨ ਮਰਜ਼ਾਦਾ ਵਾ, ਉਹਦੇ ਤੇ ਅੱਜ ਅਸੀਂ ਉੱਠ ਕੇ ਸਵਾਲ ਚੱਕੀਏ। ਉਹਦੇ ਨਾਲੋਂ ਚੰਗਾ ਇਹ ਆ ਕਿ ਅਸੀਂ ਉੱਥੇ ਬੈਠ ਕੇ ਉਸ ਚੀਜ਼ ਦਾ ਕੋਈ ਨਾ ਕੋਈ ਹੱਲ ਕੱਢੀਏ। ਸੋ ਕੱਲ ਨੂੰ ਤੁਹਾਡੇ ਨਾਲ ਇੱਕ ਨਵੀਂ ਸ਼ਖਸੀਅਤ ਲੈ ਕੇ ਆਵਾਂਗੇ, ਨਵੀਂ ਸ਼ਖਸੀਅਤ ਦੇ ਰਾਹੀਂ ਜੁੜਾਂਗੇ, ਵੱਖ-ਵੱਖ ਮੁੱਦਿਆਂ ਨੂੰ ਤੁਹਾਡੇ ਸਨਮੁਖ ਲੈ ਕੇ ਆਉਂਦੇ ਰਹਾਂਗੇ, ਵਿਚਾਰ ਚਰਚਾ ਕਰਦੇ ਰਹਾਂਗੇ। ਸੋ ਤੁਸੀਂ ਹਾਰਟ ਪੰਜਾਬੀ